जीओ। जिसका कारज तिन्हि किया, मानस क्या विचारा राम। भगत सोहन हर के गुण गावे, सदा करहि जयकारा राम। गुण गाए गोबिंद आनंद उपजै, साध संगत संग बनी। जिन उद्यम किया ताल केरा, तिसकी उपमा क्या गनी। 68 तीर्थ पुन क्रिया, महा निर्मल चारा। पतत पावन बिरद स्वामी, नानक शब्द आधारा। पतत पावन बिरद स्वामी, नानक शब्द आधारा। चबर छत्र तख्त दे मालक साहिब श्री गुरु ग्रंथ साहिब महाराज सच्चे पातशाह जी दी बख्शिश किरपा सदका इकत्र होए गुरु प्यारिओ, आप सारे अति सत्कारयोग धनता दे योग हो। बड़े भाग ने साहिबा दी मुबारक गोद विच बैठण दा सानू सुभागा वक्त प्राप्त होया। आओ गुरफतेह दी सांझ पाइए, गुरबाणी दी विचार आरंभ करिए। सब ने के बार कहण ते बोलना जी आखियो। वाहिगुरु जी का खालसा, वाहिगुरु जी की फतेह। सूही राग दे विचों आपां जो पावन बाणी दी विचार करदे आ रहे हां। संतां का कारज आप खलोया, हर काम करावन आया राम। शब्द दी विचार चल रही है। अज तीजा हिस्सा शब्द दा आपां विचारना है। सतगुरु गुरु अर्जन साहब महाराज जी ने कृपा कीती है। जिसका कारज तिन्हि किया, मानस क्या विचारा राम। जिसका कारज तिन्हि किया, उसे ने कीता। मानस बंदा क्या उहदे हथ विच की है? राम। हुण इहदे अर्थ की ने? आपां कल्ली कल्ली पंजवें पातशाह वल्लों कही हुई गल नूं कोशिश करांगे समझण दी। 3 नंबर बंद विच गुरु साहब जी जिक्र करते ने, जिसका कारज, जिसका जिहदा भी, जिसदा भी कारज है, कारज कम, वो आपदा कम परमात्मा आप करवा लैंदा। इत्थे गल आ परमात्मा दी, रब जी दी, उस अकाल पुरख वाहिगुरू दी। उदाहरण, एक मालक आ, एक नौकर आ। मन लवो भी नौकर दी भावना भी मैं अपने मालक दा आग्याकारी हां, उहदे हुक्म नूं खिड़े मत्थे प्रवान करना, जो कहेगा।
ਜੋ ਕਹੂ ਉਹ ਕਰਨਾ, ਜੋ ਉਹ ਕਹਿੰਦਾ ਨਹੀਂ ਕਰਨਾ ਤੇ ਉਹ ਮੈਂ ਨਹੀਂ ਕਰਨਾ। ਇਹ ਸਾਰਾ ਕੰਮ ਉਸੇ ਦੇ ਹੀ ਆ, ਭਾਵੇਂ ਕਰਵਾ ਲੇ ਭਾਵੇਂ ਨਾ ਕਰਵਾਵੇ। ਮੈਨੂੰ ਕੋਈ ਫਿਕਰ ਨਹੀਂ ਹੈ, ਮੈਨੂੰ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੀ ਸਮਝਾਇਆ ਵੀ ਆਪਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨੌਕਰ ਬਣਨਾਗਾ। ਕਿਉਂ? ਕਿਉਂਕਿ ਸਾਡੇ ਸਰੀਰ ਨੂੰ, ਸਾਡੇ ਪਰਿਵਾਰ ਨੂੰ ਉਹ ਪਰਮਾਤਮਾ ਚਲਾ ਰਿਹਾ ਹੈ। ਪਰ ਇੱਥੇ ਇੱਕ ਬਹੁਤ ਵੱਡਾ ਭੁਲੇਖਾ, ਬਹੁਤ ਵੱਡੀ ਇੱਕ ਕੰਧ, ਦੀਵਾਰ ਨਿਕਲ ਗਈ। ਮੇਰੇ ਅੰਦਰ ਦਾ ਖਿਆਲ ਕੀ ਆ? ਮੈਂ ਮੇਰੇ ਪਰਿਵਾਰ ਨੂੰ ਪਾਲਦਾ। ਮੇਰੇ ਅੰਦਰ ਦਾ ਖਿਆਲ ਆ ਨਾ, ਮੈਂ ਮੇਰੇ ਸਰੀਰ ਨੂੰ ਵੱਡਾ ਕਰ ਰਿਹਾ ਹਾਂ। ਮੈਂ ਦੀ ਕੰਧ ਨਿਕਲ ਗਈ। ਪਰ ਕਦੇ ਸੋਚ ਕੇ ਦੇਖਿਓ ਵੀ ਸਾਡੇ ਸਰੀਰ ਦਾ ਕੱਲ ਨਾਲੋਂ ਅੱਜ, ਅੱਜ ਨਾਲੋਂ ਆਉਣ ਵਾਲੀ ਕੱਲ, ਜਦੋਂ ਦੇ ਅਸੀਂ ਜਨਮਿਆ ਆਟੋਮੈਟਿਕ ਆਕਾਰ ਵਧੀ ਜਾਂਦਾ, weight ਵੀ ਵੱਧ ਰਿਹਾ ਹੈਗਾ, ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਹੈਗਾ। ਪਰ ਉਹਦੇ ਪਿੱਛੇ ਵਜ੍ਹਾ ਕੀ ਹੈ? ਕਾਰਨ ਕੀ ਹੈ? ਉਹਦੇ ਪਿੱਛੇ ਕਾਰਨ ਇੱਕੋ ਹੀ ਆ, ਪ੍ਰਮਾਤਮਾ ਦਾ ਕਾਰਜ ਆ ਸਰੀਰ ਨੂੰ ਜਨਮ ਦੇਣਾ। ਪ੍ਰਮਾਤਮਾ ਦਾ ਕਾਰਜ ਆ ਸਰੀਰ ਨੂੰ ਵਧਾਉਣਾ। ਪ੍ਰਮਾਤਮਾ ਦਾ ਕਾਰਜ ਹੈ ਸਰੀਰ ਦੀਆਂ ਅਵਸਥਾਵਾਂ ਨੂੰ ਸਮੇਂ-ਸਮੇਂ ਬਾਅਦ ਤਬਦੀਲ ਕਰਨਾ। ਹੁਣ ਗੱਲ ਇੱਥੇ ਕੀਤੀ ਹੈ ਨਾ, ਜਿਸ ਕਾ ਕਾਰਜ ਤਿਸ ਹੀ ਕੀਆ। ਇਹ ਕਾਰਜ ਉਹਦਾ, ਰੱਬ ਦਾ ਕਾਰਜ ਹੈ, ਪ੍ਰਮਾਤਮਾ ਦਾ, ਪਰ ਉਹ ਨਜ਼ਰ ਨਹੀਂ ਆਉਂਦਾ, ਦੀਂਦਾ ਨਹੀਂ ਹੈ। ਪਰ ਅਗਲੀ ਗੱਲ ਹੋਰ ਚੇਤੇ ਰੱਖਿਓ, ਜਿਸ ਕਾ ਕਾਰਜ ਉਸੇ ਦਾ ਕਾਰਜ ਹੈ ਤੇ ਉਹ ਆਪ ਹੀ ਕਰ ਰਿਹਾ ਹੈਗਾ। ਹੁਣ ਥੋੜੀ ਜਿਹੀ ਇੱਥੇ ਗੌਰ ਕਰਿਓ, ਆਪਾਂ ਸਾਰੇ ਜਣੇ ਜਿੰਨੇ ਵੀ ਆਪਾਂ ਸਿਆਣੇ ਸਤ ਸੰਗੀ ਭੈਣ ਭਰਾ ਬੈਠੇ ਆ। ਸਾਡੇ ਸਰੀਰ ਦੇ 4 ਹਿੱਸੇ ਨੇ। ਇੱਕ ਤਾਂ ਮਾਤਾ ਦਾ ਗਰਭ, ਜਿਹਨੂੰ ਪਹਿਲੀ ਅਵਸਥਾ ਕਿਹਾ ਜਾਂਦਾ। ਦੂਸਰੀ ਅਵਸਥਾ ਹੈ, ਦੂਜਾ ਹਿੱਸਾ ਬਚਪਨ। ਤੀਜਾ ਹਿੱਸਾ ਜਵਾਨੀ ਤੇ ਚੌਥਾ ਹਿੱਸਾ ਬੁਢੇਪਾ। ਦੁਨੀਆ ਦੇ ਵਿੱਚ ਕਿਸੇ ਵਿਗਿਆਨੀ ਨੂੰ ਪੁੱਛੋ, ਕਿਸੇ ਵੀ ਵੱਡੇ ਤੋਂ ਵੱਡੇ ਡਾਕਟਰ ਨੂੰ ਪੁੱਛ ਲਵੋ ਵੀ ਇਹ ਚਾਰੇ ਹਿੱਸਿਆਂ ਦੇ ਵਿੱਚੋਂ ਦੀ ਲੰਘਣਾ ਨਾ ਲੰਘਣਾ ਮੇਰੀ ਮਰਜ਼ੀ ਆ। ਜਿਹੜਾ ਸਿਆਣਾ ਹੋਇਆ ਨਾ, ਉਹ ਹੱਥ ਬੰਨ੍ਹ ਨੂੰ, ਨਹੀਂ ਸਾਡੀ ਮਰਜ਼ੀ ਨਹੀਂ, ਇਹ ਰੱਬ ਦੀ ਮਰਜ਼ੀ ਆ। ਸਾਡੀ ਤਾਂ ਮਰਜ਼ੀ ਕੋਈ ਨਹੀਂ। ਸਾਡੀ ਮਰਜ਼ੀ ਹੁੰਦੀ ਤਾਂ ਨਾ, ਭਗਤ ਕਬੀਰ ਸਾਹਿਬ ਜੀ ਨੇ ਲਿਖਿਆ, ਮੁੱਚ ਮੁੱਚ ਗਰਭ ਕੀਨ ਤੁਮ ਬੱਚਾ, ਤੇਰੇ ਵਰਗੇ ਅਨੇਕਾਂ ਹੀ ਗਲ ਗਏ ਮਰ ਗਏ। ਇੱਥੇ ਅਨੇਕਾਂ ਕਹਿ ਕੇ ਕੀ ਕਿਹਾ? ਕਰੋੜਾਂ ਹੀ ਗਲ ਗਏ। ਪਰ ਵਾਹਿਗੁਰੂ ਭਲਾ ਕਰੇ, ਬਹੁਤ ਇੱਕ ਅਹਿਮ ਪੱਖ ਪੇਸ਼ ਕੀਤਾ ਇੱਥੇ ਵੀ ਸਾਡੇ ਵਰਗੇ, ਸਾਡੇ ਤੇ ਕਿਸਮਤ, ਮੰਨ ਲਓ ਵੱਡੇ ਭਾਗਾਂ ਦੀ ਕਿਰਪਾ ਹੋਈ ਹੈ, ਸਾਡੇ ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆ, ਪ੍ਰਮਾਤਮਾ ਨੇ ਕਿਰਪਾ ਕੀਤੀ ਆ। ਨਹੀਂ, ਸਾਡੇ ਵਰਗੇ ਅਨੇਕਾਂ ਜੀਵ ਮੁੱਚ ਮੁੱਚ ਗਰਭ ਦੇ ਵਿੱਚ ਮੁੱਚ ਗਏ, ਖਤਮ ਹੋ ਗਏ। ਕੀਨ ਤੋਂ ਬਚਿਆ, ਕੀ ਕੱਲਾ ਤੂੰ ਬਚਿਆਂਗਾ? ਜਦੋਂ ਗੱਲ ਕਹਿਤੀ ਨਾ ਵੀ ਕੱਲਾ ਤੂੰ ਬਚਿਆ, ਤੇ ਉਦੋਂ ਕੀ ਆ ਵੀ ਕਿਰਪਾ ਵਾਹਿਗੁਰੂ ਦੀ ਆ। ਤੇ ਹੁਣ ਅਸੀਂ ਨਹੀਂ ਕਹਿ ਸਕਦੇ ਵੀ ਸਾਡੀ ਕਿਰਪਾ, ਪਰ ਬੰਦੇ ਨੇ ਕਹਿਤਾ। ਜਿਹੜੀ ਨਾ ਸਮਝੀ ਆ ਨਾ, ਉਹ ਮੰਨ ਲਈ ਬੰਦੇ ਨੇ, ਕਹਿੰਦਾ ਹਾਂ ਮੈਂ ਆਪ ਹੀ ਵੱਧ ਰਿਹਾ, ਮੈਂ ਆਪ ਹੀ ਸਾਰਾ ਕੁਝ ਕਰ ਰਿਹਾ। ਤੇ ਹੁਣ ਆਪਾਂ ਪੁੱਛਣਾ ਕੀ ਸੀ ਵੀ ਬਚਪਨ ਸਾਨੂੰ ਕਿਸੇ ਬਾਬੇ ਨੇ ਦਿੱਤਾ? ਨਾ, ਕਿਸੇ ਵਿਗਿਆਨੀ ਨੇ, ਕਿਸੇ ਡਾਕਟਰ ਨੇ, ਕਿਸੇ ਹੋਰ ਵਿਦਵਾਨ ਨੇ? ਨਾ, ਬਚਪਨ ਉਹ ਰੱਬੀ ਰਜ਼ਾ ਵਿੱਚ ਆਇਆ। ਹੌਲੀ ਹੌਲੀ ਬਚਪਨ ਬੀਤ ਗਿਆ। ਦੇਖੋ, ਅਸੀਂ ਬਚਪਨ ਨੂੰ ਰੋਕ ਕੇ ਰੱਖ ਨਹੀਂ ਸਕੇ। ਜੇ ਸਾਡੇ 'ਚ ਹਿੰਮਤ ਹੈ ਤਾਂ ਬਚਪਨ ਨੂੰ ਰੋਕ ਕੇ ਰੱਖ ਕੇ ਦਿਖਾਓ। ਹੈ ਹੀ ਨਹੀਂ ਹਿੰਮਤ। ਭਾਵ ਅਗਲਾ ਪੱਖ ਜਵਾਨੀ। ਜਵਾਨੀ ਆਉਣ ਦਾ ਬੜਾ ਚਾਅ ਸੀ, ਮੇਰਾ ਪੁੱਤ ਜਵਾਨ ਹੋ ਰਿਹਾ, ਮੈਂ ਵੀ ਜਵਾਨ ਹੋ ਰਹਾਂਗਾ, ਵੱਡਾ ਹੋ ਰਹਾਂਗਾ, ਮੇਰੇ ਤੇ ਆਉਣ ਵਾਲਾ ਵਕਤ, ਸਿਖਰ ਦਾ ਵਕਤ ਆ ਰਿਹਾਗਾ। ਪਰ ਕਦੇ ਚੇਤਾ ਰੱਖਿਓ, ਕੋਈ ਜਵਾਨੀ 'ਚ ਰੁਕਿਆ ਨਾ, ਰੁਕਿਆ ਨਾ, ਆਪਦੀ ਮਰਜ਼ੀ ਨਾਲ ਆਈ ਆ। ਨਾ ਤਾਂ ਰੁਕੇ ਆਪਾਂ ਵੀ ਜਵਾਨੀ 'ਚ ਹੀ ਰੋਕੇ, ਬਸ ਇਦੋਂ ਗਾਹਾਂ ਆਪਾਂ ਜਾਣਾ ਹੀ ਨਹੀਂਗਾ। ਅਗਲੀ ਅਵਸਥਾ ਦੇ ਵਿੱਚ ਆਪਾਂ ਪੈਰ ਹੀ ਨਹੀਂ ਧਰਨਾ ਨਾ। ਐਟੋਮੈਟਿਕ ਜਵਾਨੀ ਗੁਜ਼ਰ ਗਈ, ਐਟੋਮੈਟਿਕ ਲੰਘ ਗਈ।
ਜਦੋਂ ਲੰਘ ਗਈ ਕਿਸੇ ਨੇ ਨਹੀਂ ਕਿਹਾ ਵੀ ਜਵਾਨੀ ਗੁਜ਼ਰ ਗਈ ਤੇ ਹੁਣ ਤੂੰ ਜਵਾਨੀ ਵਾਲੇ ਕੰਮ ਕਰ ਲਾ। ਭਾਵੇਂ ਮਨੁੱਖ ਅੰਦਰੋਂ ਕਹਿੰਦਾ ਨਾ ਮੈਂ ਹਜੇ ਜਵਾਨ ਕਦਾ, ਵਾਹਿਗੁਰੂ ਮੈਂ ਹਜੇ ਬੁੜਾ ਕਦੋਂ ਹੋਇਆਂਗਾ। ਭਾਵੇਂ ਬੰਦਾ ਕਹਿੰਦਾ, ਪਰ ਚੇਤਾ ਰੱਖਿਓ ਫਿਰ ਅੰਦਰੋਂ ਆਵਾਜ਼ ਆਉਂਦੀ ਆ। ਇੱਕ ਕਹਾਵਤ ਆ ਨਾ, ਨਹੀਂ ਰੋਂਦਾ ਰੋਂਦਿਆਂ ਵਰਗਾ ਮੂੰਹ ਤਾਂ ਕਰ ਲੈਣਾ, ਨਹੀਂ ਰੋਣਾ ਰੋਂਦਿਆਂ ਵਰਗਾ ਮੂੰਹ ਤਾਂ ਕਰ ਲੈਣਾ ਚਾਹੀਦਾ। ਭਾਵ ਅੰਦਰੋਂ ਭਾਵੇਂ ਸਾਡੀ ਤਾਕਤ ਆ ਸਰੀਰ ਦੀ, ਆਪਾਂ ਜਵਾਨ ਆ, ਕਹਿੰਦੇ ਵੀ ਜਵਾਨਾਂ ਵਰਗੇ ਅਸੀਂ ਤਾਂ, ਅਸੀਂ ਬੁੜੇ ਕਦੋਂ ਹੋਏ ਆ। ਪਰ ਵਾਹਿਗੁਰੂ ਦੀ ਕਿਰਪਾ ਇੱਕ ਅੰਦਰੋਂ ਆਵਾਜ਼ ਆਉਂਦੀ ਆ, ਭਾਵੇਂ ਤੂੰ ਬੁੜਾ ਸਰੀਰ ਦੀ ਤਾਕਤ ਕਰਕੇ ਨਹੀਂ ਹੋਇਆ, ਪਰ ਤੈਨੂੰ ਮੰਨਣਾ ਪਊ ਵੀ ਹਾਂ ਹੁਣ ਮੈਂ ਸਿਆਣੀ ਅਵਸਥਾ ਵਿੱਚ ਚਲਾ ਗਿਆ, ਹੁਣ ਜਵਾਨਾਂ ਵਾਲੇ ਕੰਮ ਮੈਂ ਨਹੀਂ ਕਰ ਸਕਦਾ। ਉਹ ਕੰਮ ਤੈਨੂੰ ਸੋਹਦੇ ਨਹੀਂ, ਹੁਣ ਜੱਚਦੇ ਨਹੀਂ ਹਨ। ਬਜ਼ੁਰਗ ਹੋ ਕੇ ਕੋਈ ਇਦਾਂ ਦਾ ਖਿਆਲ ਬਣਾਵੇ ਗਲਤ ਆ। ਚਲੋ ਕਹਿਣ ਤੋਂ ਭਾਵ ਵੀ ਉਹ ਪਰਮਾਤਮਾ ਦੇ ਹੱਥ 'ਚ ਆ, ਬਚਪਨ, ਜਵਾਨੀ, ਬੁਢੇਪਾ, ਉਹਨੇ ਥੋੜੇ ਥੋੜੇ ਪੱਖ ਬਣਾ ਕੇ ਸਾਨੂੰ ਦੇ ਦਿੱਤੇ। ਫਿਰ ਅਰਥ ਕੀ ਬਣ ਗਏ? ਜਿਸ ਕਾ ਕਾਰਜ ਤਿਨ ਹੀ ਕੀਆ। ਇਹ ਕਾਰਜ ਨਾ ਤਾਂ ਸਾਡੀ ਮਾਂ ਦਾ ਸੀ, ਨਾ ਸਾਡੇ ਬਾਪ ਦਾ, ਨਾ ਸਾਡਾ ਆਪਣਾ ਸੀ। ਇਹ ਕਾਰਜ ਸਾਡਾ ਨਹੀਂ ਸੀ, ਇਹ ਸਾਡੇ ਵਾਹਿਗੁਰੂ ਜੀ ਦਾ ਸੀ। ਅੱਛਾ, ਜਿਹਦਾ ਇਹ ਕਾਰਜ ਸੀ, ਜਿਹੜਾ ਇਹ ਕਾਰਜ ਕਰ ਰਿਹਾ ਹੈਗਾ, ਉਹਨੂੰ ਅਸੀਂ ਯਾਦ ਨਹੀਂ ਕਰਦੇ। ਬਾਕੀ ਸਭ ਨੂੰ ਆਪਾਂ ਯਾਦ ਕਰਦੇ ਹਾਂ, ਇਕੱਲੇ ਉਹਨੂੰ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਮੇਨ ਮੈਸੇਜ ਕੀ ਹੈ ਇਸ ਸ਼ਬਦ ਵਿੱਚੋਂ? ਵੀ ਤੂੰ ਪਰਮਾਤਮਾ ਨੂੰ, ਵਾਹਿਗੁਰੂ ਜੀ ਨੂੰ ਚੇਤੇ ਕਰ, ਰੱਬ ਨੂੰ ਚੇਤੇ ਕਰ। ਆਹ ਕੁਝ ਵੇਖ ਕੇ ਨਾ ਰੱਬ ਜੀ ਨੂੰ, ਪਰਮਾਤਮਾ ਜੀ ਨੂੰ ਚੇਤੇ ਕਰ, ਉਹਨੂੰ ਭੁੱਲਣਾ। ਜਿਸ ਕਾ ਕਾਰਜ ਤਿਨ ਹੀ ਕੀਆ, ਅੱਗੇ ਲਿਖਿਆ ਮਾਨਸ ਬੰਦਾ। ਮਾਨਸ ਕਿਆ ਵਿਚਾਰਾ ਰਾਮ। ਬੰਦੇ ਦੇ ਹੱਥ ਵਿੱਚ ਕੀ ਆ? ਬੰਦੇ ਦੇ ਹੱਥ ਵਿੱਚ ਤਾਂ ਕੁਛ ਵੀ ਨਹੀਂ ਹੈ। ਬੰਦੇ ਦੇ ਹੱਥ ਵਿੱਚ ਜੇ ਹੈ ਤਾਂ ਕੇਵਲ ਮੈਂ ਆ। ਫਿਰ ਪਾਤਸ਼ਾਹ ਜੀ ਕਹਿੰਦੇ ਇਸ ਮੈਂ ਨੂੰ ਭਾਈ ਤੋੜ ਕੇ ਤੂੰ ਪਰਮਾਤਮਾ ਨੂੰ ਧਿਆਨ ਵਿੱਚ ਰੱਖ। ਇਹ ਸਾਰੇ ਉਹਦੇ ਕਾਰਜ ਨੇ ਤੇ ਉਹ ਕਰ ਰਿਹਾ ਹੈ, ਉਹ ਕਰਵਾ ਵੀ ਰਿਹਾ ਹੈ। ਉਹਨੂੰ ਕਦੇ ਵੀ ਨਾ ਭੁੱਲ ਜਿਹੜਾ ਤੇਰੇ ਅੰਗ ਸੰਗ ਹੈ। ਮਾਨਸ ਕਿਆ ਵਿਚਾਰਾ ਰਾਮ। ਅੱਗੇ ਭਗਤ ਸੋਹਨ ਹਰ ਕੇ ਗੁਣ ਗਾਵੇ। ਜਿਨ੍ਹਾਂ ਦੀ ਅਵਸਥਾ ਸੋਹਣੀ ਬਣ ਜੇ, ਜਿਨ੍ਹਾਂ ਦੇ ਅੰਦਰ ਇਹ ਗੁਰੂ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਸੁਣ ਕੇ, ਸਿੱਖ ਕੇ ਅੰਦਰ ਚਾਅ ਪੈਦਾ ਹੋ ਜਾਵੇ, ਅੰਦਰ ਤਾਂਘ ਬਣ ਜਾਵੇ ਵੀ ਮੈਂ ਕੁਛ ਸੋਹਣਾ ਬਣਨਾਗਾ, ਚੰਗਾ ਬਣਨਾ, ਵਧੀਆ ਬਣਨਾ। ਭਗਤ ਸੋਹਣ, ਸੋਹਣ ਤੋਂ ਭਾਵ ਸੋਹਣੇ। ਹਰ ਕੇ ਗੁਣ ਗਾਵੇ ਸਦਾ ਜੈਕਾਰਾ ਰਾਮ। ਰੱਬ ਦੇ ਪਿਆਰੇ ਜਿਨ੍ਹਾਂ ਦੇ ਅੰਦਰ ਇਹ ਥੋੜਾ ਬਹੁਤਾ ਖਿਆਲ ਜਾਗ ਪਏ, ਚਲੋ ਆਪਾਂ 100% ਨਹੀਂ ਕਹਿ ਸਕਦੇ, ਇੰਨੇ ਹੀ ਕਾਫੀ ਆ ਨਾ, ਥੋੜਾ ਬਹੁਤੇ ਖਿਆਲ ਜਾਗ ਪਏ। 100 ਦੇ ਵਿੱਚੋਂ 5-4% ਬੰਦੇ ਦੇ ਅੰਦਰ ਇਹ ਖਿਆਲ ਬਣ ਗਿਆ ਵੀ ਮੈਂ ਯਾਰ ਰੱਬ ਦੀ ਨਿਗਾਹ ਵਿੱਚ ਕਬੂਲ ਹੋਣਾ, ਭਾਵ ਉਹਦੀ ਨਿਗਾਹ ਦੇ ਵਿੱਚ ਸੋਹਣਾ ਬਣਨਾ। ਸੇਈ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ। ਜਿਹੜੇ ਰੱਬ ਦੀ ਸੰਗਤ ਕਰਦੇ ਨੇ, ਪਾਤਸ਼ਾਹ ਕਹਿੰਦੇ ਅਤੀ ਸੋਹਣੇ ਨੇ, ਵਧੀਆ ਨੇ, ਪਿਆਰੇ ਨੇ, ਹਨਾ। ਹੁਣ ਭਗਤ ਸੋਹਣ ਹਰ ਕੇ ਗੁਣ ਗਾਵੇ। ਅੱਛਾ, ਫਿਰ ਸੋਹਣਾ ਬਣਨ ਦਾ ਤਰੀਕਾ ਕੀ ਆ? ਉਹ ਇੱਥੇ ਨਿਯਮ ਦੱਸ ਦਿੱਤਾ। ਭਗਤ ਸੋਹਣ ਹਰ ਕੇ ਗੁਣ ਗਾਵਣ। ਰੱਬ ਦੇ ਗੁਣ ਗਾਉਣ ਵਾਲਾ ਹੀ ਰੱਬ ਨੂੰ ਸੋਹਣਾ ਲੱਗਦਾ ਗਾ। ਚਲੋ ਹੁਣ ਆਪਾਂ ਹੀ ਵੇਖਣਾਗਾ ਵੀ ਗੁਰੂ ਸਾਹਿਬ ਜੀ ਕਹਿੰਦੇ ਨਾ, ਰੱਬ ਦੇ ਗੁਣ ਗਾਉਣ ਵਾਲਾ ਰੱਬ ਨੂੰ ਸੋਹਣਾ ਲੱਗਦਾ ਗਾ। ਪਰ ਅਸੀਂ ਇਸ ਗੱਲ ਨੂੰ ਕਿਵੇਂ ਮੰਨ ਸਕਦੇ ਹਾਂ ਵੀ ਰੱਬ ਦੇ ਗੁਣ ਗਾਉਣ ਵਾਲਾ ਰੱਬ ਨੂੰ ਸੋਹਣਾ ਲੱਗਦਾ? ਪਹਿਲੀ ਗੱਲ ਤਾਂ ਮੁਸ਼ਕਿਲ ਇਹ ਆ ਵੀ ਸਾਡੀ ਉਹ ਅਵਸਥਾ ਨਹੀਂ ਬਣੀ ਸੀ ਰੱਬ ਵੇਖ ਲਈਏ। ਦੂਸਰੀ ਗੱਲ, ਰੱਬ ਦੇ ਗੁਣ ਗਾਉਣ ਦਾ ਢੰਗ ਉਹ ਨਹੀਂ ਸਾਡੇ ਕੋਲ ਆਇਆ। ਦੋਨੇ ਪੱਖ ਸਾਡੇ ਅਣਜਾਣ ਹੋ ਗਏ। ਚਲੋ ਆਪਾਂ ਸਿਆਣੇ ਬੈਠੇ ਆ, ਸਮਝਦਾਰ ਬੈਠੇ ਆ, ਪਰ ਆਪਾਂ ਵੇਖਣਾ ਰੱਬ ਦੇ ਗੁਣ ਗਾਉਂਦੇ ਆ, ਰੱਬ ਨੂੰ ਕਿਵੇਂ ਸੋਹਣਾ ਲੱਗਣਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਆ, ਹਨਾ। ਪਰਮਾਤਮਾ ਦੇ ਕਹੇ ਅਨੁਸਾਰ ਤੁਰਨਾ ਨਾ। ਜੋ ਗੁਰ ਕਹੈ ਸੋਈ ਭਲ ਮਾਨੋ, ਬੁਰੇ ਕੰਮਾਂ ਤੋਂ ਬਚਣਾ। ਚਲੋ ਇਹ ਰੱਬ ਦੇ ਨਿਯਮ ਨੇਗੇ। ਚੰਗੇ ਜੀਵਨ ਵੱਲ ਤੁਰਨਾ, ਮਾੜੇ ਜੀਵਨ ਨੂੰ ਛੱਡਣਾ। ਜਿਵੇਂ ਆਪਾਂ ਕੱਲ ਸੁਣਿਆ ਸੀ, ਪਿਛਲੀ ਵਿਚਾਰ ਸੁਣਿਆ ਸੀ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਵਿਚੋਲੇ ਨੇ ਸਤ ਸੰਗੀ ਲੋਕ, ਉਹਨਾਂ ਦੀ ਕਿਰਪਾ ਸਦਕਾ ਮੈਂ ਆਪਣੇ ਜੀਵਨ ਚੋਂ ਬਕਾਰ ਪਾਸੇ ਕਰ ਦਿੱਤੇ ਤੇ ਗੁਣ ਪੈਦਾ ਕਰ ਲਏ। ਕਿਉਂਕਿ ਹੁਣ ਵਿਚੋਲੇ ਦੇ ਹੱਥ ਹੁੰਦਾ ਨਾ ਰਿਸ਼ਤਾ ਕਰਾਉਣਾ,
ਤੇ ਵਿਚੋਲੇ ਨੇ ਅੱਗੇ ਗੱਲ ਵੱਧ ਘੱਟ ਕਰਕੇ ਸਮਝਾ ਕੇ ਰਿਸ਼ਤਾ ਜੋੜਨਾ ਹੁੰਦਾ ਗਾ। ਹੁਣ ਸਤਸੰਗੀ ਲੋਕ ਵਿਚੋਲੇ ਨੇ, ਉਹਨਾਂ ਨੇ ਦੱਸਣਾਗਾ, ਕੀ ਦੱਸਣਾਗਾ ਵੀ ਨਾਨਕ ਚੰਗਾ, ਤੇ ਵਿਆਹ ਨਾਲ ਕਿਹਦਾ ਹੋਣਾਗਾ? ਭਗਤੀ ਦਾ। ਇੱਕ ਤਾਂ ਦੁਨਿਆਵੀ ਪਤਨੀ ਹੈ ਨਾ, ਬਟਾਲੇ ਸ਼ਹਿਰ ਦੀ ਰਹਿਣ ਵਾਲੀ ਮਾਤਾ ਸੁਲੱਖਣੀ, ਗੁਰੂ ਨਾਨਕ ਸਾਹਿਬ ਦੇ ਘਰ ਵਾਲੀ। ਇੱਥੇ ਉਹਦੀ ਗੱਲ ਨਹੀਂ, ਇੱਥੇ ਭਗਤੀ ਰੂਪੀ ਪਤਨੀ ਦੀ ਗੱਲ ਆ। ਭਗਤੀ ਰੂਪੀ ਪਤਨੀ ਨਾਲ ਵਿਆਹ ਕਰਾਉਣਾ। ਵਿਚੋਲੇ ਕੌਣ ਨੇ? ਸਤਸੰਗੀ ਲੋਕ। ਤੇ ਸਤਸੰਗੀ ਲੋਕਾਂ ਨੇ ਇਹ ਮੈਸੇਜ ਪਾਇਆ, ਨਾਨਕ ਵਰਗਾ ਕੌਣ ਹੋ ਸਕਦਾ? ਵਿਚੋਲੇ ਨਹੀਂ ਕਿਹਾ ਨਾ ਵੀ ਜਿਹੜਾ ਤੁਹਾਡੀ ਲੜਕੀ ਲਈ ਆਹ ਲੜਕਾ ਲੱਭਿਆ ਨਾ, ਇਹ ਲੜਕਾ ਤੁਹਾਡੀ ਲੜਕੀ ਲਈ ਵਿਸ਼ੇਸ਼ ਆ, ਮੇਲ ਮਿਲਿਆ, ਭਾਵ ਇਹਦੇ ਵਰਗਾ ਹੋਰ ਕੌਣ ਹੋ ਸਕਦਾ ਗਾ। ਵਿਚੋਲਾ ਗੱਲਾਂ ਵੱਧ ਘੱਟ ਚਲੋ ਕਰਦਾ ਗਾ। ਚਲੋ ਅੱਜ ਦੇ ਵਿਚੋਲੇ ਤੋਂ ਆਪਾਂ ਬਚ ਗਏ। ਥੋੜਾ ਜਿਹਾ ਅੱਜ ਦਾ ਐਸਾ ਪੱਖ ਵੀ ਆ ਵੀ ਠੱਗੀਆਂ ਚੱਲ ਪਈਆਂ, ਉਹਨਾਂ ਤੋਂ ਬਚ ਗਏ। ਤੇ ਨਹੀਂ, ਵਿਚੋਲੇ ਦਾ ਜਿਹੜਾ ਪੱਖ ਹੈਗਾ ਉਹ ਬਹੁਤ ਵੱਡਾ ਪੱਖ ਹੁੰਦਾ। ਗੁਰੂ ਨਾਨਕ ਸਾਹਿਬ ਨੇ ਸੱਤ ਸੰਗੀਆਂ ਨੂੰ ਵਿਚੋਲੇ ਬਣਾਇਆ। ਸੱਤ ਸੰਗੀਆਂ ਨੂੰ ਵਿਚੋਲੇ ਬਣਾਇਆ ਨਾ, ਸੱਤ ਸੰਗੀਆਂ ਨੂੰ ਵਿਚੋਲੇ ਬਣਾ ਕੇ ਕੀ ਮੈਸੇਜ ਦਿੱਤਾ ਵੀ ਵਿਚੋਲੇ ਦਾ ਸੁਭਾਅ ਬਹੁਤ ਚੰਗਾ ਹੋਣਾ ਚਾਹੀਦਾ, ਤੇ ਫਿਰ ਰਿਸ਼ਤਾ ਰੱਬ ਦੀ ਨਿਗਾਹ 'ਚ ਕਬੂਲ ਹੋ ਜਾਂਦਾ ਗਾ। ਤੇ ਜੇ ਵਿਚੋਲੇ ਹੀ ਰਿਸ਼ਵਤਖੋਰ ਆ ਨਾ, ਫਿਰ ਜ਼ਿੰਦਗੀ ਦੇ ਵਿੱਚ ਪਾਸ ਨਹੀਂ ਹੋਵਾਂਗੇ। ਉਹ ਇੱਕ ਦੁਨਿਆਵੀ ਪੱਖ ਆ। ਇੱਥੇ ਸਾਨੂੰ ਦੱਸਦਾ ਵੀ ਸੱਤ ਸੰਗੀ ਮੇਰੇ ਵਿਚੋਲੇ ਨੇ। ਹੁਣ ਗੱਲ ਸੀ ਵੀ ਆਪਾਂ ਰੱਬ ਦੇ ਗੁਣ ਗਾਉਣੇ ਨੇ, ਰੱਬ ਦੇ ਗੁਣ ਗਾਉਣੇ, ਰੱਬ ਦੀ ਨਿਗਾਹ 'ਚ ਕਬੂਲ ਹੋਣਾ। ਰੱਬ ਦੇ ਪਰਮੇਸ਼ਰ ਪਰਮਾਤਮਾ ਦੇ ਗੁਣ ਕੀ ਨੇ? ਭਾਵ ਦੁਨੀਆ ਦੇ ਵਿੱਚ ਭਲੇ ਦੇ ਕਾਰਜ ਕਰਦੇ ਆ, ਰੱਬ ਦਾ ਸ਼ੁਕਰਾਨਾ ਕਰਨਾ। ਜ਼ਿੰਦਗੀ ਦੇ ਵਿੱਚ ਸਹੀ ਰਸਤੇ ਤੇ ਤੁਰਨਾ, ਮਤਲਬ ਗਲਤ ਰਸਤੇ ਤੇ ਨਾ ਜਾਣਾ। ਗਲਤ ਰਸਤੇ ਤੇ ਨਹੀਂ ਜਾਣਾ, ਔਗਣਾ ਤੋਂ ਦੂਰੀ ਬਣਾਉਣੀ, ਮਾੜੇ ਕੰਮਾਂ ਤੋਂ ਦੂਰੀ ਬਣਾਉਣੀ, ਚੰਗੇ ਕੰਮਾਂ ਨਾਲ ਜੁੜ ਜਾਣਾ। ਫਿਰ ਰੱਬ ਦੇ ਪਿਆਰੇ ਸਤਸੰਗੀ ਲੋਕ ਨਾ ਸਾਨੂੰ ਉਹ ਪਰਮਾਤਮਾ ਦੀ ਨਿਗਾਹ 'ਚ ਕਬੂਲ ਕਰਵਾ ਦੇਣਗੇ। ਕਿਵੇਂ ਕਰਵਾਉਣਗੇ? ਹਰ ਕੋਈ ਕਹੂਗਾ ਆਹ ਵੀਰ ਵਰਗਾ, ਆਹ ਭੈਣ ਵਰਗਾ, ਆਹ ਰੱਬ ਦੇ ਪਿਆਰੇ ਵਰਗਾ ਤਾਂ ਹੋਰ ਕੋਈ ਨਹੀਂ ਹੈ ਭਾਈ, ਬਾਹਲਾ ਚੰਗਾ ਹੈ। ਤਾਂ ਆਪਾਂ ਵੀ ਕਹਿੰਦੇ ਨਾ ਵੀ ਆਹ ਵੀਰ ਤਾਂ ਭਾਈ ਬਹੁਤ ਚੰਗਾ, ਇੰਨੀ ਸੇਵਾ ਕਰਦਾ, ਇੰਨਾ ਸਿਮਰਨ ਕਰਦਾ, ਇੰਨਾ ਭਲਾ ਕਰਦਾ, ਹਰ ਇੱਕ ਨਾਲ ਪਿਆਰ ਕਰਦਾ, ਦਿਲੋਂ ਮੁਹੱਬਤ ਕਰਦਾ, ਇਹਦੇ ਵਰਗਾ ਹੋਰ ਕੌਣ ਸਕਦਾ? ਇਹ ਕੌਣ ਸੱਜਣ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ, ਰੱਬ ਦੀ ਨਿਗਾਹ 'ਚ ਰੱਬ ਦੇ ਪਿਆਰੇ ਪ੍ਰਵਾਨਗੀ ਦਿਵਾਉਣਗੇ। ਪਰ ਉਹ ਆਪਾਂ ਖਿਆਲ ਕਰਨਾ ਵੀ ਰੱਬ ਦੇ ਪਿਆਰਿਆਂ ਨਾਲ ਸਾਡੀ ਬਣਦੀ ਵੀ ਆ ਕਿ ਨਹੀਂ ਬਣਦੀ ਗੀ। ਤੇ ਅੱਜ ਵਿਤਕਰਾ ਹੁਣ ਆਪਾਂ ਸਮਝ ਗਏ ਨਾ, ਸੌਖਾ ਸਮਝ ਗਏ। ਭਗਤ ਸੋਹਣ ਹਰ ਕੇ ਗੁਣ ਗਾਵੇ, ਰੱਬ ਦੇ ਗੁਣ ਗਾਉਂਦੇ ਆ, ਰੱਬ ਦੇ ਦੱਸੇ ਰਸਤੇ ਤੇ ਮਾਰਗ ਤੇ ਚਲਦਿਆਂ ਸੱਚੇ ਮਾਰਗ ਚਲਦੇ ਆ। ਉਸਤਤ ਕਰੇ ਜਹਾਨ, ਜਹਾਨ ਨੇ ਸੈਨ ਕਰਨੇ ਨੇ ਵੀ ਆਹ ਵਿਅਕਤੀ ਚੰਗਾ, ਜਹਾਨ ਨੇ ਆਪਣੇ ਦਿਲ 'ਚ ਸਾਂਭ ਕੇ ਰੱਖਣਾਗਾ, ਜਹਾਨ ਨੇ ਸਾਨੂੰ ਹੀਰਿਆਂ ਦਾ ਰੁਤਬਾ ਦੇਣਾਗਾ, ਜਹਾਨ ਨੇ ਦੇਣਾਗਾ। ਰੱਬ ਦੀ ਨਿਗਾਹ 'ਚ ਕਬੂਲ ਹੋਣ ਦੇ ਲਈ ਜਹਾਨ ਨੇ ਬਖਸ਼ਿਸ਼ ਕਰਨੀ ਆ। ਜਹਾਨ ਵਿੱਚ ਕੌਣ ਆਗਾ? ਜਹਾਨ ਵਿੱਚ ਕੋਈ ਮਹਾਨ ਹੈ, ਜਹਾਨ ਵਿੱਚ ਕੋਈ ਮਹਾਨ ਹੈ, ਭਾਵ ਆਮ ਵਿੱਚ ਕੋਈ ਖਾਸ ਹੈ। ਆਪਾਂ ਆਮ ਤਾਂ ਆਮ ਹੀ ਨਾ, ਆਮ ਵਿੱਚ ਕੋਈ ਵਾਹਿਗੁਰੂ ਰੂਪ ਖਾਸ ਬੈਠਾ ਹੈਗਾ, ਪਰਮਾਤਮਾ ਖਾਸ ਬੈਠਾ, ਸਾਡੇ ਸਾਰਿਆਂ 'ਚ ਹੀ ਬੈਠਾ ਨਾ, ਪਰ ਨਜ਼ਰ ਕਿਸੇ ਕਿਸੇ ਨੂੰ ਹੁੰਦਾ। ਤਾਂ ਹੀ ਇੱਕ ਆਪਣਾ ਪੱਖ ਹੁੰਦਾ ਹੈਗਾ। ਸਤ ਸੰਗਤ ਕਰਨੀ ਜ਼ਰੂਰੀ ਆ। ਪਤਾ ਨਹੀਂ ਕਿਹੜੀ ਮਹਾਨ ਰੂਹ ਦੇ ਵਿੱਚ ਉਹ ਪਰਮਾਤਮਾ ਪ੍ਰਗਟ ਹੋ ਕੇ ਸਾਡਾ ਜੀਵਨ ਸਫਲ ਕਰ ਦੇਵੇ। ਪ੍ਰਗਟ ਹੋ ਕੇ ਭਾਵ ਚੰਗਿਆਈ ਉਹਦੀ ਸਾਡੀ ਫੁੱਟ ਕੇ ਬਾਹਰ ਆ ਜੇ, ਅਸੀਂ ਉਹਦੇ ਤੋਂ ਜੀਵਨ ਜਿਉਣ ਦੀ ਸੇਧ ਸਿੱਖਿਆ ਲੈ ਲਈਏ। ਉਹ ਮਹਾਨ ਰੂਹ ਗੁਰੂ ਨਾਨਕ ਸਾਹਿਬ ਆ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਉਹ ਮਹਾਨ ਰੂਹਾਂ ਨੇ। ਚਲੋ ਵਾਹਿਗੁਰੂ ਭਲਾ ਕਰੇ। ਮੇਰੇ ਖਿਆਲ ਮੁਤਾਬਕ ਤੁਸੀਂ ਇਸ ਗੱਲ ਨੂੰ ਸਮਝ ਗਏ ਹੋਵੋਗੇ। ਭਗਤ ਸੋਹਣ ਸੋਹਣੇ ਲੱਗਦੇ ਨੇ, ਹਰ ਕੇ ਗੁਣ ਗਾਵੇ, ਹਰੀ ਪਰਮਾਤਮਾ ਦੇ ਗੁਣ ਗਾਉਂਦੇ। ਫਿਰ ਅੱਗੇ ਸਦਾ ਜੈਕਾਰਾ ਰਾਮ, ਪਰਮਾਤਮਾ ਦੀ ਫਿਰ ਸਦਾ ਹੀ ਜੈ ਜੈਕਾਰ ਹੈ, ਤੇ ਤੇਰੀ ਵੀ ਨਾਲ ਜੈ ਜੈਕਾਰ ਹੋਵੇਗੀ। ਕੁਦਰਤੀ ਗੱਲ ਆ। ਜਦੋਂ ਵਾਹਿਗੁਰੂ ਜੀ ਦੀ ਜੈ ਜੈਕਾਰ ਆ ਨਾ, ਤੇ ਸਾਡੀ ਵੀ ਹੋਣੀ ਆ। ਰੋਜ਼ ਆਪਾਂ ਅਰਦਾਸ ਵਿੱਚ ਹੀ ਪੜ੍ਹਦੇ ਆ ਨਾ, ਸਤਿਗੁਰੂ ਪਾਤਸ਼ਾਹ ਜ਼ਿਕਰ ਕੀ ਕਰਦੇ ਨੇ? ਧਰਮ ਕਾ ਜੈਕਾਰ, ਸੱਚ ਦਾ ਜੈਕਾਰ। ਧਰਮ ਤੋਂ ਭਾਵ ਸੱਚ, ਸੱਚ ਦਾ ਜੈਕਾਰ ਜਾਂ ਜੈਕਾਰਾ। ਤੇ ਇੱਥੇ ਗੁਰੂ ਸਾਹਿਬ ਨੇ ਕੀ ਲਿਖਿਆ ਕਿ ਰੱਬ ਦੇ ਪਿਆਰੇ ਗੁਣ ਗਾਉਂਦੇ ਗਾਉਂਦੇ, ਪਰਮਾਤਮਾ ਦੀ ਜੈ ਜੈ ਕਰਦੇ ਕਰਦੇ, ਸੋਭਾ ਵਡਿਆਈ ਕਰਦੇ, ਆਪਣੀ ਵੀ ਨਾਲ ਜੈ ਜੈਕਾਰ ਕਰਵਾ ਲੈਂਦੇ ਨੇ।
ठीक है ना। हुण गुरु साहब जी कहते भगत सोहन हर के गुण गावे सदा। सदा ही की हुंदा उन्हां दा, करहे जयकारा राम। उन्हां दी जिंदगी सदा ही शोभा हुंदी है। अगे पातशाह जिक्र करते ने गुण गाए गोबिंद आनंद उपजे साध संगत संग बनी। गुण गाए गोबिंद उपजै। पहला कहता रब दे गुण गा, सत संगियां ने रब दी निगाह च कबूलगी प्रवानगी दवाउणी आ, सैन करने ने। फिर गुण गाउंदियां गाउंदियां अगली तुख च की कहागा, फिर गुण गाउंदियां गाउंदियां भाव की होनागा गुण गाए गोबिंद उपजै। उपजै तो भाव हुंदा पैदा होना, जन्म लेना। गुण गाउंदियां गाउंदियां असीं गुण गाउण लग गए ना, गुण गाउंदियां फिर पातशाह जी कहंदे वो वाहिगुरू जी दा जन्म हो जांदा, परमात्मा दा तेरे शरीर चों जन्म हो जांदा गा। ते आपां भी पढ़दे हैं ना, सतयुग दा जन्म भी साडे शरीर च ही हुंदा ते कलयुग दा जन्म भी साडे शरीर च ही हुंदा। शैतान भी साडे अंदर ही आ ते भगवान भी साडे अंदर ही आ। बाजार आ ना, ते बाजार विच सब कुछ आ। पिछली विचार दे विच आपां सुन के आ चुके हैं भी जिहड़ी बाजार दी रौनक आ ना वो गुणा करके आ। जे गुण ने बाजार दी रौनक आ, जे सौदा ना बाजार च तां बाजार दी रौनक हैगी आ। चलो इत्थे हुण बख्शिश की कीती है गुरु साहब ने, साडे अंदर शैतान भी है ते साडे अंदर भगवान भी है। मान लो जमीन आ ना, जमीन दे विच हुण आपां बीज बीजता कणक दा, चेता रखियो किसान दी चौकसी ने विच नदीन हरे नहीं होण दित्ते। हुण किसान दी चौकसी ने नदीन हरे नहीं होण दित्ते, पर नदीनां दा बीज वो जमीन च ही आ। सौखी भाषा गुली डंडा बाथू कख पट्ठा जमीन दे विच बीज सांभਿਆ होया धरती ने। जदों किसान अवेसला हो गया ते नाल दी नाल नदीन हरे हो जाते ने, फसल दब जाती आ ते कख पट्ठा वध जांदा गा। ये आपां अपने खेतां चों उदाहरण लै सकदे हां। इवें जिवें साडा एक शरीर आ जिहड़ा ये जमीन आ, हुण गुरु साहब जी कहंदे इस जमीन विच शैतान रूपी नदीन भी हैगा ते भगवान रूपी शुद्ध बीज भी हैगा। जे तां असीं चौकस हो गए फिर तां शैतान नूं उठण नहीं देवांगे आपां। जे आपां अवेसले हो गए फिर गुरु साहब जी कहंदे भाई शैतान उठ खड़ूगा ते भगवान दब जूगा। हुण इत्थे गल की कही है गुरु साहब ने, ये शरीर विच शैतान भी आ भगवान भी आ, पर प्रगट बंदे ने करना, शैतान नूं प्रगट करना जां भगवान नूं प्रगट करना, वो मर्जी अपनी आ। पर गुरु तां कहंदा ना भगवान नूं प्रगट कर। गुरु तां यही गल कहंदा ना, गुरु कहंदा गुण गाए गोबिंद आनंद उपजै। गुण गावेंगा भाव वाहिगुरू जी दे नाल जुड़ेगा ना, गोबिंद आनंद उपजू तेरे अंदरों पैदा होगा। उपजै तो भाव पैदा होना, हरा होना। हुण गुरदेव पातशाह जी ने इत्थे जिक्र कर दिता, फिर भाई अपने जीवन विचों भगवान पैदा कर। भगवान पैदा करन दे लई बहुत ज्यादा चौकसी बरतनी पवेगी, अवेसला नहीं होना पवेगा। साडी जिंदगी च अवेसलापन उपर दी पै गया। सारिਆਂ ਨੂੰ पता ना आपां नूं, जिवें गुरु साहब जी ने इत्थे उदाहरण दित्ती आ, किसान वीर, माली वीर, पशु रखण वाला वीर, होर कोई व्यापारी ला लो, घर दे विच भैण रसोई दा काम करदी है, चौकसा जे अवेसली है ना फिर तां आपां नूं पता रोज लांभा आऊगा पति वालों की तू मेरे गेड़े लवाई जानी है, कदे लूण है नहीं, कदे मिर्च है नहीं, मसाला है नहीं गा। अवेसली है बेचारी, पता ही नहीं लगता भी की है रसोई च की नहीं है। मौके ते भजाउंदी है ना अवेसली, अवेसली आ सारे टब्बर दा घाह पाई फिरदी आ। जे चौकस होवे तां पहला एक पर्ची बनी है, समान मुक्या पै जा, मुक्कण वाला ले आओ भाई। व्यापारी है चौकस आ ना, ਉਹਦਾ सिस्टम ठीक चलदा। जे चौकस नहीं है तो आपां नूं पता घाटा खाऊगा। बस इत्थे गुरु ने सानू एक सुनेहा दिता, 3 नंबर पंक्ति दे विच तू चौकस हो।
मतलब थोड़ा जाग लेहो रे मना जाग लेहो। कहाँ गाफल सोया, जो तन उपजो संग ही सो भी संग ना होया। हुण गुरु साहब जी ने आपां थोड़ी पिछे लड़ी फिर जोड़ लगे। पहलां सानू कहा भी अपना जिहड़ा शरीर आ इहदियां अवस्थावां ने, पख ने, बचपन, जवानी, बुढ़ेपा वो तेरे हत्थ 'च नहीं हन। जे हैगियां ने तां आपां जरूर अपने वड्डे वडेरियां नाल गलबात करके दस सकदे हां भी बचपन असीं सांभ के रख लिया, असीं मुट्ठी 'च फड़ी बैठे हल के दिखा। बचपन ना लंघ गया, आपे लंघ गया। जवानी आ गई, आपे साला मारदी लंघ गई। बुढ़ेपा आ गया, उत्थे आके रुक गया। बड़ा वड्डा है बुढ़ेपे दा उदाहरण। रस्ते दे अड्डियां ते 5-5 मिनट दी स्टे आ, 5-5 मिनट दी है ना। ते जिथे जाके मेन स्टैंड आ, मेन अड्डा गा, उत्थे जाके अद्धे घंटे दी आ। क्यों? कोई गल नहीं, ताकि अजे 2-4 मिनट वध लग जाणगे, रस्ते 'च टाइम घटा दांगे। इवें जिवें जुबानी, बचपन, अध-खड़ उम्र, ये साडी रस्ते दे अड्डे ने, रस्ते दी स्टे हैगी। ते बुढ़ेपे जाके रुक जाती है गड्डी। बस उत्थे काफ़ी हौली टाइम देर लाउंदी आ, उत्थों नहीं हलदीगी। चलो कहण तो भाव वो चीज़ साडे हत्थ 'च नहीं। फिर गुरु साहब जी कहंदे तू रब दी निगाह 'च सोहना बनना। फिर सानू कहंदे गुण गाया कर, सोहना बन जा, रब दे दस्से मार्ग ते चल। असीं पुछ लिया 2 नंबर पंक्ति 'च भी सानू की पता लगू असीं रब दी निगाह 'च कबूल हो गए। फिर गुरु साहब जी कहंदे तैनू ये 7 संगियां ने उदाहरण देनी आ, 7 संगियां ने सैन करना भी हाँ बंदा भाई चंगा है। जदों तेरे नाम नाल रब्बी प्यारिया ने चंगा लफज जोड़ दिता, तू कबूल हो गया। जदों कबूल हो गया फिर 3 नंबर पंक्ति च की है। फिर पातशाह जी कहंदे गुण गाए गोबिंद आनंद उपजै। फिर गुण गाउंदियां गाउंदियां चंगा बन के थोड़े जे टाइम दे विच ही तेरे अंदरों शैतान दब जूगा, भगवान पैदा हो जूगा। गोबिंद भगवान परमात्मा। इत्थे गोबिंद ना ही तो हरगोबिंद साहब नूं कहा गा, माफ़ी चाहुंदे आपां, ते ना ही इत्थे गुरु गोबिंद सिंह महाराज नूं कहा। उन्हां दा जन्म तां बाद दा, ये गुरु अर्जन साहब महाराज दी बाणी आ। गोबिंद दी गल परमात्मा भगवान। हुण गुरु साहब जी कहंदे रब दे गुण गाउंदे फिर वो गोबिंद पैदा हो जूगा आनंद दे रूप च। जिंदगी आनंदमई बन गई। हुण किसी किस्म की कोई चिंता नहीं, कोई झोरा नहीं है, बिल्कुल आनंदमई जिंदगी जिउ रहे हैं। अज दे समय च निगाह मार के वेखो भी कोई वीर, कोई भैन, कोई परिवार दा मैंबर, कोई बड़ा, कोई छोटा आनंदमई जिंदगी जिउंदा शायद कोई लभना नहीं गा। हाँ कोई लभूगा कौन? जिहड़ा रब दी रजा विच हक हलाल दी कमाई करदा, अपना परिवार पालदा, अपनी जिंदगी च सोहणे ढंग नाल गुजर रिहा हैगा, उही आनंदमई जिंदगी जिउंदा। जिहदा जीवन भाई लालो वर्गा कह लो ते नहीं मुश्किल आ। अज दे समय च चिंता तो मुक्त परिवार लभणे, चिंता तो मुक्त भरा भैणां लभणियां मुश्किल आ। गुरु साहब ने कहा ना नानक चिंता मत करो। पातशाह सानू किन्ना सोहना सोहना रोज समझाउंदा भी चिंता ना करया कर, चिंता मत कर, छड़ दे चिंता। सतगुर आयो शरण तुहारी मिलै सूख, नाम हर शोभा। उत्थे भी गल कीती है चिंता लाहे हमारी, यही गल कही है ना। फिर गुरु साहब जी कहते जो उपजो सो बिनस है, पर वो आज कै काल नानक हर गुण गाए ले छाड़। उत्थे की लिखेगा सगल जंजाल। भाव अपने मालक परमेश्वर नूं टुट के बाकी दे सब कारज तेरे धंधे बन जाणगे, जंजाल बन जाणगे। जंजाल मींज धंधा, धंधा मींज गलत काम। चलो आपां एक धंधा लफज अपने कम्मां नाल जोड़ दिंदे आ, कम धंधा। अपना घर दा काम काम ही हुंदा, धंधा नहीं हुंदा। धंधा वो आ जिहड़े घरदिआं नूं बिना पुछे गुरु तो उल्ट समाज तो उल्ट काम करदे ने, वो धंधे हुंदे ने। पर नारी स्यों घल है धंधा, अपना परिवार छड़ता पर नारी स्यों घल है धंधा। उत्थे गुरु साहब ने लफज वरता धंधे पुठे कमां नूं कहा जांदा है। चलो वाहिगुरू भला करे। फिर गुरु साहब उत्थे कहे जंजाल छड़ दे, धंधे छड़ दे। ये धंधियां च टेंशन आ, धंधियां दे विच चिंता, धंधियां दे विच टका नहीं है। टका किस चीज़ चा? हक हलाल दी कमाई, गुरु नाल जुड़ के जिंदगी बतीत करनी। टका दे विच ही परमात्मा दी बरकत है।
ਟਕਾ ਦੇ ਵਿੱਚ ਸ਼ੈਤਾਨ ਨਹੀਂ ਪੈਦਾ ਹੁੰਦਾ, ਟਕਾ ਦੇ ਵਿੱਚ ਪਰਮਾਤਮਾ ਪੈਦਾ ਹੋ ਜਾਂਦਾ। ਸੱਚ ਜਾਣੋ, ਆਪਾਂ ਆਪਣੇ ਹਿਰਦੇ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦੀ ਜ਼ਿੰਦਗੀ 'ਚ ਟਕਾ ਹੈ ਨਹੀਂ ਨਾ, ਲੋਕ ਕੀ ਕਹਿੰਦੇ ਨੇ? ਆਪਾਂ ਉਹ ਜਵਾਬ ਖੁਦ ਕੰਨਾਂ ਨਾਲ ਸੁਣਿਆ ਹੋਵੇਗਾ। ਕੀ ਕਹਿੰਦੇ ਨੇ? ਜਿਨ੍ਹਾਂ ਦੀ ਜ਼ਿੰਦਗੀ 'ਚ ਟਕਾ ਨਾ, ਸਹਿਜ ਦੀ ਜ਼ਿੰਦਗੀ ਜਿਉਂਦੇ ਨੇ, ਸਿਆਣਾ ਪਰਿਵਾਰ ਆ, ਗੁਰੂ ਨਾਲ ਜੁੜਿਆ ਹੋਇਆ, ਰੱਬ ਨਾਲ ਜੁੜਿਆ ਹੋਇਆ, ਕੋਈ ਉਹਨਾਂ ਦੇ ਦਿਲ ਦਿਮਾਗ 'ਚ ਨਾ ਜਾਤ ਪ੍ਰਥਾਏ, ਨਾ ਉੱਚੇ ਨੀਵੇਂ, ਅਮੀਰੀ ਗਰੀਬੀ ਪ੍ਰਥਾਏ, ਨਾ ਕੋਈ ਵੱਡੇ ਛੋਟੇ ਪ੍ਰਥਾਏ, ਨਾ ਆਪਣੇ ਪਰਿਵਾਰ ਦੀ ਹੈਂਕੜ, ਨਾ ਕੋਈ ਕਿਸੇ ਤਰ੍ਹਾਂ ਦਾ ਸ਼ੋਸ਼ਾਬਾਜੀ। ਉਹ ਜ਼ਿੰਦਗੀ ਬਿਲਕੁਲ ਟਕਾ ਵਾਲੀ ਜ਼ਿੰਦਗੀ ਹੈ ਨਾ। ਤੇ ਉਹਨਾਂ ਨੂੰ ਲੋਕ ਕੀ ਕਹਿੰਦੇ ਨੇ? ਉਹਨਾਂ ਬਾਰੇ ਵੀ ਆਪਾਂ ਆਪਣੇ ਗੁਰੂ ਤੋਂ ਪੁੱਛ ਲਓ, ਚਾਹੇ ਲੋਕਾਂ ਤੋਂ ਪੁੱਛ ਲਓ। ਆਪਾਂ ਗੱਲ ਪਹਿਲਾਂ ਕਰ ਲਈ, ਲੋਕ ਗੱਲ ਦਾ ਜਵਾਬ ਦੇਣ ਦੇ ਹੁੰਦੇ ਨੇਗੇ। ਹੁਣ ਜਿਨ੍ਹਾਂ ਦੀ ਜ਼ਿੰਦਗੀ ਟਕਾ ਮਈ ਹੈ ਨਾ, ਅਗਲਾ ਕਹਿੰਦਾ ਸਤਿਯੁਗੀ ਪਰਿਵਾਰ ਆ ਭਾਈ। ਆਪਾਂ ਹੁਣੀ ਸੁਣਿਆ ਸੀਗਾ, ਕਲਯੁਗ ਵੀ ਆਪਣੇ ਅੰਦਰੋਂ ਹੀ ਪ੍ਰਗਟ ਹੋਣਾ, ਸਤਿਯੁਗ ਵੀ ਪ੍ਰਗਟ ਅੰਦਰ ਹੀ ਹੋਣਾ। ਸਤਿਯੁਗ ਚੰਗਾ ਕਰਮ ਕਰਨ ਵਾਲਾ, ਕਲਯੁਗ ਬੁਰਾ ਕਰਮ ਕਰਨ ਵਾਲਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਤੇ ਜੇ ਵਾਹਿਗੁਰੂ ਪਰਮਾਤਮਾ ਹਰ ਵਕਤ ਚੇਤੇ ਆ, ਧਿਆਨ 'ਚ ਆ, ਤੇ ਅਸੀਂ ਸਤਿਯੁਗੀ ਬੰਦੇ। ਸਤਿਯੁਗੀ ਤੋਂ ਭਾਵ ਚੰਗੇ ਬੰਦੇ। ਮਤਲਬ ਜੇ ਤਾਂ ਵਾਹਿਗੁਰੂ ਨੂੰ ਚੇਤੇ ਰੱਖਿਆ, ਗੁਣ ਗਾਏ ਨੇ, ਫਿਰ ਤਾਂ ਸਾਡੇ ਅੰਦਰ ਭਗਵਾਨ ਪੈਦਾ ਹੋ ਗਿਆ। ਤੇ ਜੇ ਉਹਨੂੰ ਭੁੱਲ ਗਏ, ਫਿਰ ਸ਼ੈਤਾਨ ਪੈਦਾ ਹੋ ਗਿਆ। ਫਿਰ ਸ਼ੈਤਾਨ ਪੈਦਾ ਹੋ ਗਿਆ। ਫਿਰ ਕੀ ਆ? ਫਿਰ ਗੁਰੂ ਸਾਹਿਬ ਜੀ ਕਹਿੰਦੇ ਆਪਣੀ ਜ਼ਿੰਦਗੀ 'ਚ ਆਪਾਂ ਸ਼ੈਤਾਨ ਨਹੀਂ ਪੈਦਾ ਕਰਨੇ, ਆਪਾਂ ਆਪਣੀ ਜ਼ਿੰਦਗੀ 'ਚ ਭਗਵਾਨ ਪੈਦਾ ਕਰਨੇ ਆ। ਭਗਵਾਨ ਪੈਦਾ ਕਰਨ ਤੋਂ ਭਾਵ ਆਪਾਂ ਕੋਸ਼ਿਸ਼ ਕਰਨੀ ਆ, ਮੇਰਾ ਗੁਰੂ ਨਾਲ ਇਹ ਪ੍ਰਣ ਹੋਵੇ, ਦਾਵਾ ਹੋਵੇ ਵੀ ਮੈਂ ਜ਼ਿੰਦਗੀ 'ਚ ਕੁਛ ਨਵੇਕਲਾ ਕਰਕੇ ਵਿਖਾਉਣਾ। ਭਾਵੇਂ ਮੈਨੂੰ ਜਿੰਨੀਆਂ ਮਰਜ਼ੀ ਤਕਲੀਫਾਂ, ਠੋਕਰਾਂ ਝੱਲਣੀਆਂ ਪੈਣ। ਅਸਲ ਦੇ ਵਿੱਚ ਤਾਂ ਇਹ ਪੁਆਇੰਟ ਹੈ ਛੋਟਾ ਜਿਹਾ, ਵੀ ਜਿੰਨਾ ਟਾਈਮ ਆਪਾਂ ਠੋਕਰ ਨਹੀਂ ਖਾਂਦੇ, ਉਨਾ ਟਾਈਮ ਆਪਾਂ ਪਾਸ ਨਹੀਂ ਹੁੰਦੇ। ਕਿਸੇ ਵੀ ਲੱਕੜ ਨੂੰ ਘੜ ਕੇ ਉਹਦਾ ਕੁਛ ਬਣਾ ਜਾਂਦਾ। ਜੇ ਤੇਸਾ ਚੱਲਦਾ ਨਾ, ਉਹਦੀ ਕੱਟ ਵੱਢ ਕੀਤੀ ਜਾਂਦੀ ਹੈ, ਉਹਨੂੰ ਛਿੱਲਿਆ ਜਾਂਦਾ ਗਾ, ਠੋਕਰਾਂ ਪੈਂਦੀਆਂ ਨੇ, ਫੇਰ ਹੀ ਕੁਛ ਬਣਦਾ ਗਾ। ਲੱਕੜ ਤੇ ਲਾ ਲਓ, ਤੇਸਾ ਚੱਲਣ ਕਰਕੇ ਹੀ ਉਹਦਾ ਨਮੂਨਾ ਬਣਦਾ। ਲੋਹੇ ਤੇ ਹਥੌੜੇ ਪੈਣ ਕਰਕੇ ਹੀ ਉਹਦਾ ਕੀ ਬਣਦਾ ਗਾ? ਕੋਈ ਨਾ ਕੋਈ ਔਜ਼ਾਰ ਬਣਦਾ ਗਾ। ਲੋਹੇ ਤੇ ਹਥੌੜੇ ਪੈਣ ਕਰਕੇ ਹੀ ਬਣਦਾ ਨਾ ਕੁਛ। ਇਵੇਂ ਜਿਵੇਂ ਸਾਡੀ ਜ਼ਿੰਦਗੀ ਆ, ਜਿੰਨਾ ਟਾਈਮ ਇਹਦੇ ਵਿੱਚ ਠੋਕਰ ਨਹੀਂ ਆਉਂਦੀ, ਤਕਲੀਫ ਨਹੀਂ ਆਉਂਦੀ, ਉਹਨਾਂ ਚਿਰ ਪਾਸ ਨਹੀਂ ਹੁੰਦੀਗੀ। ਉਹਨਾਂ ਵਕਤ ਇਹ ਜ਼ਿੰਦਗੀ ਸਾਡੀ ਕੀ ਹੈ? ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨਾ, ਵਿਪਤਾ ਦੀ ਜ਼ਿੰਦਗੀ ਹੋਵੇਗੀ। ਜਿਵੇਂ ਕਿ ਨਾ ਇੱਕ ਵੀਰ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਗਾ, ਨਵੇਕਲੀ ਜ਼ਿੰਦਗੀ ਤੇ। ਠੋਕਰਾਂ ਤੋਂ ਬਚ ਕੇ ਨਹੀਂ, ਠੋਕਰਾਂ ਖਾ ਕੇ ਕੁਛ ਬਣੀਦਾ ਗਾ। ਕਹਿੰਦੇ ਨਾ, ਇੱਕ ਵਾਰ ਇੱਕ ਵੀਰ ਕਿਸੇ ਨਦੀ ਦਰਿਆ ਦੇ ਕਿਨਾਰੇ ਤੁਰਿਆ ਜਾ ਰਿਹਾ ਹੈਗਾ। ਤੁਰਦਿਆਂ ਤੁਰਦਿਆਂ ਉਹਦਾ ਠੇਡਾ ਇੱਕ ਪੱਥਰ 'ਚ ਵੱਜਾ। ਜਦੋਂ ਪੱਥਰ 'ਚ ਵੱਜਾ ਨਾ, ਚਲੋ ਜਦੋਂ ਠੇਡਾ ਵੱਜਾ, ਉਹਨੇ ਸੋਚਿਆ ਵੀ ਚੱਕ ਕੇ ਪਾਸੇ ਸੁੱਟ ਦਈਏ, ਆਪਣੇ ਠੇਡਾ ਦਾ ਵੱਜੀ, ਠੋਕਰ ਵੱਜੀ ਆ ਤੇ ਕਿਸੇ ਹੋਰ ਦੇ ਨਾ ਵੱਜੇ। ਜਦੋਂ ਪੱਥਰ ਨੂੰ ਚੁੱਕ ਲਿਆ ਤੇ ਪੱਥਰ ਉਹਦੇ ਮਨ ਨੂੰ ਭਾ ਗਿਆ। ਉਹ ਪੱਥਰ ਜਿਹੜਾ ਚੁੱਕਿਆ ਨਾ, ਉਹਦੇ ਮਨ ਨੂੰ ਭਾ ਗਿਆ, ਚੰਗਾ ਲੱਗਿਆ। ਕੋਲ ਵਗਦਾ ਪਾਣੀ ਆ, ਉਹਨੇ ਪੱਥਰ ਧੋਲਿਆ, ਉਹਦੀ ਚਮਕ ਨਿਕਲੀ ਤੇ ਉਹ ਚਮਕ ਹੋਰ ਵੀ ਮਨ ਨੂੰ ਭਾ ਗਈ। ਚਮਕ ਹੋਰ ਵੀ ਮਨ ਨੂੰ ਭਾ ਗਈ ਨਾ, ਉਹਨੇ ਫਿਰ ਪੱਥਰ ਨੂੰ ਮਲਿਆ, ਮਲ ਤੋਂ ਭਾਵ ਰਗੜਿਆ, ਉਹਦੀ ਚਮਕ ਹੋਰ ਵੀ ਪੈਦਾ ਹੋ ਗਈ। ਮੰਨ ਲਵੋ ਉਹ ਪੱਥਰ ਨਹੀਂ, ਉਹ ਇੱਕ ਹੀਰਾ ਗਾ। ਹੀਰਾ ਨਾ, ਤੇ ਉਹ ਹੀਰੇ ਨੂੰ ਤਰਾਸਿਆ ਕਿਹਨੇ ਹੈਗਾ? ਉਹ ਆਪਣੇ ਆਪ ਤਰਾਸ ਕੇ ਇੱਥੋਂ ਤੱਕ ਪਹੁੰਚਿਆ। ਠੋਕਰਾਂ ਖਾ ਕੇ, ਤਕਲੀਫਾਂ ਝੱਲ ਕੇ, ਪੈਰਾਂ ਦੇ ਵਿੱਚ ਆਪਣੇ ਆਪ ਨੂੰ ਲਤੜਾ ਕੇ ਫਿਰ ਇੱਥੋਂ ਤੱਕ ਪਹੁੰਚਿਆਗਾ। ਜਦੋਂ ਮਨ ਨੂੰ ਭਾ ਗਿਆ ਨਾ, ਕਹਿੰਦਾ ਹੁਣ ਮੈਂ ਤੈਨੂੰ ਸੁੱਟਦਾ ਨਹੀਂ, ਤੈਨੂੰ ਮੈਂ ਆਪਣੇ ਘਰ ਦੇ ਵਿੱਚ ਲੈ ਕੇ ਜਾਵਾਂਗਾ, ਆਪਣੇ ਸੋਹਕੇਸ਼ ਵਿੱਚ ਰੱਖਾਂਗਾ। ਉਹ ਵਿਅਕਤੀ ਆਪਣੇ ਘਰ ਦੇ ਵਿੱਚ ਉਹ ਪੱਥਰ ਲੈ ਗਿਆ, ਤੇ ਜਦੋਂ ਪੱਥਰ ਲੈ ਗਿਆ ਤੇ ਉਹ ਪੱਥਰ ਨੂੰ ਬਿਲਕੁਲ ਸਾਫ਼ ਕਰਕੇ, ਤਰਾਸ਼ ਕੇ, ਹੋਰ ਵੀ ਉਹਨੂੰ ਨਿਖਾਰ ਕੇ ਆਪਣੇ ਸੋਹਕੇਸ਼ ਵਿੱਚ ਰੱਖ ਲਿਆ। ਰੱਖ ਕੇ ਉਹ ਪੱਥਰ ਦੇ ਸਨਮੁਖ ਬੈਠ ਗਿਆ, ਪੱਥਰ ਦੇ ਬਿਲਕੁਲ ਐਨ ਸਾਹਮਣੇ ਬੈਠ ਗਿਆ। ਸਾਹਮਣੇ ਬੈਠ ਕੇ ਆਪ ਮੁਹਾਰੇ ਬੋਲ ਪਿਆ। ਆਪ ਮੁਹਾਰੇ ਬੋਲਣ ਤੋਂ ਭਾਵ ਆਸੇ ਪਾਸੇ ਕੋਈ ਨਹੀਂ ਹੈ, ਕੇਵਲ ਇਕੱਲਾ ਹੀ ਆ, ਸਨਮੁਖ ਪੱਥਰ, ਉਹ ਹੀਰਾ ਤੇ ਇੱਕ ਆਪ ਹੈ। ਕਹਿੰਦਾ ਵਾਹ ਓਏ ਪੱਥਰਾ,
ਇੰਨਾ ਸੋਹਣਾ ਤੂੰ, ਇੰਨਾ ਸੋਹਣਾ ਤੂੰ ਮੇਰੇ ਪੈਰ ਦੇ ਵਿੱਚ ਵੱਜਿਆ, ਰੇਤੇ ਵਿੱਚ ਲਿਬੜਿਆ ਪਿਆ ਸੀ, ਤੇਰੀ ਕਿਹਨੇ ਕਦਰ ਕਰਨੀ ਸੀ। ਮੇਰੇ ਠੇਡੇ ਵਿੱਚ ਵੱਜਿਆ, ਮੈਂ ਤੈਨੂੰ ਧੋ ਕੇ ਤਰਾਸ ਕੇ ਸਵਾਰ ਕੇ ਆਪਣੇ ਸੋਹ ਇਸ ਵਿੱਚ ਰੱਖ ਲਿਆ, ਹੁਣ ਤੈਨੂੰ ਮੈਂ ਗਵਾਵਾਂਗਾ ਨਹੀਂ। ਉਹ ਪੱਥਰ ਨੂੰ, ਹੀਰੇ ਨੂੰ ਆਪਣੇ ਵੱਲੋਂ, ਆਪਣੇ ਅੰਦਰੋਂ ਆਈ ਹੋਈ ਆਵਾਜ਼ ਦੇ ਰਿਹਾ ਹੈਗਾ। ਹੁਣ ਚੇਤਾ ਰੱਖਿਓ, ਪੱਥਰ ਨੂੰ ਕੁਝ ਸੁਣਦਾ ਨਹੀਂ ਹੈ, ਭਾਵੇਂ ਉਹ ਹੀਰੇ ਦੇ ਰੂਪ 'ਚ ਆ, ਭਾਵੇਂ ਕਿਸੇ ਵੀ ਰੂਪ 'ਚ ਹੈਗਾ। ਤੇ ਪੱਥਰ ਕੋਲੇ, ਪੱਥਰ ਨੂੰ ਕੁਝ ਕਹਿਣ ਨਾਲ ਸਾਡੀ ਜ਼ਿੰਦਗੀ ਨਹੀਂ ਤਬਦੀਲ ਹੁੰਦੀਗੀ, ਪਰ ਕੁਝ ਸਿੱਖਣ ਦੇ ਲਈ, ਕੁਝ ਸਮਝਣ ਦੇ ਲਈ ਹੁਣ ਇੱਥੇ ਸਾਨੂੰ ਇਹ ਪੁਆਇੰਟ ਵਰਤਣਾ ਪੈ ਗਿਆ। ਜੇ ਆਪਾਂ ਸੋਚੀਏ ਨੇ ਪੱਥਰ ਨੂੰ ਕੁਝ ਸੁਣਾ ਰਿਹਾ ਹੈਗਾ, ਨਹੀਂ, ਪੱਥਰ ਨਾਲ ਗੱਲਾਂ ਕਰ ਰਿਹਾ ਨਹੀਂ, ਪਰ ਕਾਰਨ ਕੀ ਆ, ਉਹ ਪੱਥਰ ਦੇ ਕੋਲੇ ਬੈਠ ਕੇ ਪੱਥਰ ਦੀ ਉਪਮਾ ਕਰ ਰਿਹਾ ਹੈਗਾ। ਜਿਵੇਂ ਮੰਨ ਲਓ ਆਪਾਂ ਜਿੱਥੇ ਬੈਠੇ ਆ ਨਾ, ਆਪਾਂ ਆਸੇ-ਪਾਸੇ ਕਦੇ ਗੌਰ ਨਾਲ ਤੱਕ ਗਏ ਵੀ ਸਾਡੀਆਂ ਕੰਧਾਂ ਤੇ, ਦਰਬਾਰ ਦੀਆਂ ਕੰਧਾਂ ਤੇ ਕਿੰਨਾ ਸੋਹਣਾ ਪੱਥਰ ਲੱਗਿਆ ਯਾਰ, ਕਿਵੇਂ ਇੱਕੋ ਜਿਹਾ ਰੇਸਾ, ਇੱਕੋ ਜਿਹਾ ਰੰਗ, ਕੋਈ ਭੋਰਾ ਰੱਤੀ ਭਰ ਵੀ ਫਰਕ ਨਹੀਂ ਹੈ। ਇਹ ਡਿਜ਼ਾਈਨ ਕਿਹਨੇ ਪਾਇਆ, ਪੁੱਛ ਲਿਓ ਕਦੇ ਜਿਨ੍ਹਾਂ ਨੇ ਲਾਇਆਗਾ ਵੀ ਇਹ ਡਿਜ਼ਾਈਨ ਤੁਸੀਂ ਪਾਇਆ, ਕਹਿੰਦੇ ਨਾ। ਕਿਹਨੇ ਪਾਇਆ, ਇਹ ਤਾਂ ਪ੍ਰਮਾਤਮਾ ਨੇ ਪਾਇਆ, ਪਰਮਾਤਮਾ ਨੇ ਪਾਇਆ। ਉਸ ਤੋਂ ਬਾਅਦ ਤਰਾਸਿਆ ਮਿਸਤਰੀ ਨੇ ਆ, ਵੱਢਿਆ ਮਿਸਤਰੀ ਨੇ ਆ, ਚਮਕ ਮਿਸਤਰੀ ਨੇ ਪਾਈ ਆ, ਮਤਲਬ ਇਹ ਤੇ ਮਿਹਨਤ ਉਹ ਮਿਸਤਰੀ ਨੇ ਕੀਤੀ ਆ। ਇਵੇਂ ਜਿਵੇਂ ਕਿ ਹੀਰਾ, ਹੀਰੇ ਤੇ ਮਿਹਨਤ ਤਾਂ ਇੱਕ ਵਿਅਕਤੀ ਨੇ ਕੀਤੀ ਆ ਨਾ, ਪਰ ਪਿੱਛੇ ਤੋਂ ਠੋਕਰਾਂ ਬੜੀਆਂ ਖਾ ਕੇ ਆਏਗਾ। ਚਲੋ, ਕਹਿਣ ਤੋਂ ਭਾਵ ਉਹ ਵਿਅਕਤੀ ਪੱਥਰ ਦੀ, ਹੀਰੇ ਦੀ ਆਪਣੇ ਵੱਲੋਂ ਬੈਠ ਕੇ ਉਪਮਾ ਕਰ ਰਿਹਾ, ਵਡਿਆਈ ਕਰਦਾਗਾ। ਜਦੋਂ ਵਡਿਆਈ ਕਰਦਾ ਨਾ, ਕਹਿੰਦੇ ਪੱਥਰ ਤੋਂ ਰਿਹਾ ਨਹੀਂ ਗਿਆ, ਪੱਥਰ ਤੋਂ ਰਿਹਾ ਨਹੀਂ ਗਿਆ, ਉਹ ਹੀਰੇ ਤੋਂ ਰਿਹਾ ਨਹੀਂ ਗਿਆ। ਹੀਰਾ ਬੋਲ ਪਿਆ, ਹੀਰਾ ਬੋਲ ਪਿਆ। ਹੀਰੇ ਨੇ ਇੱਕ ਆਕਾਸ਼ੀ ਉਡਾਰੀ ਮਾਰੀ, ਕਹਿੰਦਾ ਉਹ ਬੰਦਿਆ, ਮੇਰੀ ਉਪਮਾ ਕਰਨ ਵਾਲਿਆ, ਤੇਰਾ ਲੱਖ ਲੱਖ ਸ਼ੁਕਰ ਆ। ਮੇਰੀ ਉਪਮਾ ਕਰਨ ਵਾਲਿਆ, ਤੇਰਾ ਲੱਖ ਲੱਖ ਸ਼ੁਕਰ ਆ, ਪਰ ਮੇਰਾ ਵੀ ਇੱਕ ਬਹੁਤ ਵੱਡਾ ਪਰਿਵਾਰ ਆ, ਮੇਰਾ ਵੀ ਇੱਕ ਬਹੁਤ ਵੱਡਾ ਪਰਿਵਾਰ ਹੈ। ਹੁਣ ਉਹ ਹੀਰੇ ਦੀ ਉਪਮਾ ਕਰਨ ਵਾਲੇ ਨੇ ਪੱਥਰ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਸ਼ੁਰੂ ਕਰਤਾ। ਵਾਹਿਗੁਰੂ ਭਲਾ ਕਰੇ, ਇਹ ਨਾ ਖਿਆਲ ਬਣਾ ਪੱਥਰ ਬੋਲਦਾ, ਪੱਥਰ ਨਹੀਂ ਬੋਲਦਾ, ਪਰ ਪੱਥਰ ਦੇ ਵਿੱਚੋਂ ਇੱਕ ਆਵਾਜ਼ ਆਈ ਆ। ਆਵਾਜ਼ ਕਿਹੜੀ ਆ, ਉਹ ਉਹੀ ਸਮਝਦਾ ਜਿਹਨੇ ਪੱਥਰ ਨੂੰ ਚੁੱਕ ਕੇ ਲਿਆ ਕੇ ਆਪਣੇ ਸੋਕੇਸ ਵਿੱਚ ਰੱਖਿਆ ਹੈਗਾ। ਆਪਾਂ ਥੋੜੀ ਸੁਣਾਂਗੇ, ਪਤਾ ਨਾ ਹਰ ਕੋਈ ਚੀਜ਼ ਬੋਲਦੀ ਆ, ਪਰ ਉਹ ਬੋਲਣ ਵਾਲੀ ਚੀਜ਼ ਆਪਣੇ ਵਾਂਗ ਨਹੀਂ ਬੋਲਦੀ, ਉਹ ਕੁਝ ਦੱਸ ਰਹੀ, ਸੰਕੇਤ ਦਿੰਦੀ ਆ। ਉਹ ਸੰਕੇਤ ਤੋਂ ਭਾਵ ਇਸ਼ਾਰਾ ਕਰਦੀ ਆ ਕੁਝ। ਉਹ ਜਿਵੇਂ ਆਪਣੇ ਘਰ ਦੇ ਵਿੱਚ ਕੁਝ ਵੀ ਲਾ ਲਓ, ਹਰ ਇੱਕ ਚੀਜ਼ ਬੋਲਦੀ ਆ। ਝੂਠਾ ਭਾਂਡਾ ਪਿਆ ਨਾ, ਉਹ ਬੋਲਦਾ ਕੀ, ਕਹਿੰਦਾ ਮੈਨੂੰ ਸਾਫ਼ ਕਰ ਲਾ, ਮੈਨੂੰ ਸਾਫ਼ ਕਰਕੇ ਉਹ ਸਾਹਮਣੇ ਰੱਖ ਦੇ, ਮੈਂ ਤੇਰੇ ਕੰਮ ਆਊਂ। ਪਰ ਉਸ ਆਵਾਜ਼ ਨੂੰ ਕੋਈ ਸਿਆਣੀ ਭੈਣ ਸਮਝਦੀ ਆ। ਵਿਹੜੇ 'ਚ ਕੂੜਾ ਖਿਲਰਿਆ ਪਿਆ ਨਾ, ਹੁਣ ਉਹ ਧਰਤੀ, ਉਹ ਵਿਹੜਾ ਨਹੀਂ ਬੋਲਦਾਗਾ, ਪਰ ਉਹ ਕੂੜਾ, ਉਹ ਧਰਤੀ ਇੱਕ ਸੰਕੇਤ ਦੇ ਰਹੇ ਨੇ, ਝਾੜੂ ਪੋਚਾ ਕਰ, ਕੋਈ ਆਏ ਗਏ ਦਾ ਘਰ ਹੈਗਾ, ਬੁਰਾ ਲੱਗਦਾਗਾ, ਉਹ ਸੰਕੇਤ ਦਿੰਦੇ ਆ ਨਾ। ਇਵੇਂ ਜਿਵੇਂ ਉਹ ਪੱਥਰ ਨੇ ਇੱਕ ਸੰਕੇਤ ਦਿੱਤਾ, ਇੱਕ ਬੋਲ ਬੋਲਿਆ, ਇੱਕ ਆਵਾਜ਼ ਮਾਰੀ। ਉਹ ਆਵਾਜ਼ ਕਿਹੜੀ ਆ, ਕਹਿੰਦਾ ਮੇਰੀ ਉਪਮਾ ਕਰਨ ਵਾਲਿਆ, ਤੇਰਾ ਧੰਨਵਾਦ, ਮੇਰੀ ਉਪਮਾ ਕਰਦਾ, ਪਰ ਮੇਰੀ ਉਪਮਾ ਕਰਨ ਵਾਲਿਆ, ਕਹਿੰਦਾ ਮੈਂ ਹੀਰੇ ਤੱਕ ਪਹੁੰਚਣ ਤੋਂ ਪਹਿਲਾਂ ਆਪਣਾ ਹਾਲ ਦੱਸਣ ਲੱਗਿਆ ਤੈਨੂੰ। ਮੇਰਾ ਵੀ ਇੱਕ ਬਹੁਤ ਵੱਡਾ ਪਰਿਵਾਰ ਆ। ਪੱਥਰ ਬੋਲਣ ਲੱਗ ਗਿਆ। ਹੁਣ ਪੱਥਰ ਕੀ ਕਹਿੰਦਾ, ਮੇਰਾ ਵੀ ਇੱਕ ਬਹੁਤ ਵੱਡਾ ਪਰਿਵਾਰ ਆ। ਉਹ ਉਪਮਾ ਕਰਨ ਵਾਲੇ ਨੇ ਸਿਰ ਹਿਲਾਤਾ, ਠੀਕ ਆ, ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਟੁੱਟ ਗਿਆ, ਆਪਣੇ ਪਰਿਵਾਰ ਨੂੰ ਛੱਡਤਾ, ਟੁੱਟ ਗਿਆ। ਮੈਂ ਪਾਣੀ ਦੀਆਂ ਧਾਰਾਂ ਵਿੱਚੋਂ ਦੀ, ਪੱਥਰਾਂ ਦੇ ਭਾਵ ਵਿੱਚੋਂ ਝਰਨੇ ਵਗਦੇ ਆ ਨਾ, ਉਹਨਾਂ ਝਰਨਿਆਂ ਦੇ ਰਾਹੀਂ ਰਿੜ ਕੇ ਦਰਿਆ ਵਿੱਚ ਆ ਵੜਿਆ। ਉਹ ਦਰਿਆ ਦੀਆਂ ਛੱਲਾਂ ਨੇ ਮੈਨੂੰ ਆਸੇ-ਪਾਸੇ ਕੱਢ ਦਿੱਤਾ। ਪੱਥਰਾਂ ਦੇ ਵਿੱਚ, ਆਪਣੇ ਭਰਾਵਾਂ ਦੇ ਵਿੱਚ ਵੱਜਦਾ ਹੋਇਆ, ਠੋਕਰਾਂ ਖਾਂਦਾ ਹੋਇਆ, ਮੈਂ ਨਿੱਕੇ ਸਾਈਜ਼ ਦਾ ਟੁੱਟ ਗਿਆ ਨਾ, ਤੇ ਠੋਕਰਾਂ ਖਾਂਦਾ ਖਾਂਦਾ ਮੈਂ ਆਪਣੇ ਭਰਾਵਾਂ ਦੇ ਵਿੱਚ ਵੱਜਦਾ ਆਟੋਮੈਟਿਕ ਤਿੱਖਾ ਹੋ ਗਿਆ, ਤਰਾਸਿਆ ਗਿਆ। ਤੇ ਪੱਥਰਾਂ ਦਾ ਨਮੂਨਾ ਆਪਾਂ ਵੇਖ ਸਕਦੇ ਹਾਂ। ਕਈ ਵਾਰ ਪੱਥਰਾਂ ਦੇ ਛੋਟੇ-ਛੋਟੇ ਟੁਕੜੇ ਨਾ ਗੋਲ ਹੁੰਦੇ ਨੇ, ਉਹ ਗੋਲ ਕਿਸੇ ਮਿਸਤਰੀ ਨੇ ਨਹੀਂ ਕੀਤੇ, ਉਹ ਗੋਲ ਆਪਣੇ ਵੱਡੇ ਭਰਾਵਾਂ ਦੇ ਨਾਲ ਮੱਥਾ ਮਾਰ-ਮਾਰ ਕੇ ਖੁਦ ਆਪ ਹੋਏ ਨੇ। ਤੇ ਕਦੇ-ਕਦੇ ਨਾ ਉਹ ਗੋਲ ਬੱਟੇ, ਗੋਲ ਪੱਥਰ, ਉਹ ਵੀ ਸਾਡੇ ਮਨ ਨੂੰ ਭਾ ਜਾਂਦੇ ਨੇ। ਆਪਾਂ ਆਪਣੇ ਬਗੀਚਿਆਂ 'ਚ, ਆਪਣੇ ਘਰਾਂ ਵਿੱਚ ਉਹਨਾਂ ਨੂੰ ਸੋਹਣੇ ਲੱਗਣ ਵਾਸਤੇ ਰੱਖ ਲੈਂਦੇ, ਵੀ ਸੋਹਣੇ ਲੱਗਦੇ ਨੇ, ਇਹਨਾਂ ਨੂੰ ਇੱਕ ਥਾਂ ਤੇ ਚਿਣ ਕੇ ਰੱਖ ਲਓ, ਵਧੀਆ ਲੱਗਦੇ ਨੇ।
ਕਹਿੰਦਾ ਮੈਂ ਆਪਣੇ ਵੱਡੇ ਭਰਾਵਾਂ ਦੇ ਵਿੱਚ ਵੱਜ ਕੇ ਤਰਾਸਿਆ ਗਿਆ, ਮੇਰੇ ਵਿੱਚ ਚਮਕ ਪੈਦਾ ਹੋ ਗਈ, ਵੱਡੇ ਭਰਾਵਾਂ 'ਚ ਵੱਜ ਕੇ, ਮਤਲਬ ਟਕਰਾ ਕੇ ਮੈਂ ਤਿੱਖਾ ਹੋ ਗਿਆ। ਫਿਰ ਪਾਣੀ ਵਿੱਚ ਰੜਿਆ, ਦਰਿਆ ਨੇ ਮੈਨੂੰ ਬਹੁਤ ਹਾਲੀ ਰੋੜ ਸਾਈਡਾਂ ਤੇ ਕੱਢ ਦਿੱਤਾ। ਸਾਈਡਾਂ ਤੇ ਕੱਢਿਆ, ਜਿੱਥੋਂ ਤੂੰ ਮੈਨੂੰ ਚੱਕਿਆ ਇਹ ਇੱਕ ਡੰਡੀ ਆ, ਇੱਕ ਰਸਤਾ, ਇਸ ਰਸਤੇ ਚੋਂ ਦੀ ਤੂੰ ਕੱਲਾ ਨਹੀਂ ਗੁਜ਼ਰਿਆ, ਕੱਲਾ ਨਹੀਂ ਲੰਘਿਆ। ਇਸ ਰਸਤੇ ਵਿੱਚੋਂ ਦੀ ਅਨੇਕਾਂ ਲੋਕ ਲੰਘਦੇ ਨੇ, ਮੈਨੂੰ ਠੋਕਰਾਂ ਮਾਰਦੇ ਰਹੇ, ਮੈਨੂੰ ਲਤੜ ਕੇ ਲੰਘਦੇ ਰਹੇ। ਕੇਵਲ ਲੋਕ ਨਹੀਂ ਲੰਘਦੇ, ਮੇਰੇ ਉੱਤੋਂ ਦੀ ਪਸ਼ੂ ਵੀ ਲੰਘਦੇ ਰਹੇ। ਭਾਵ ਢੋਆ ਢਵਾਈ ਕਰਨ ਵਾਲੇ ਜਾਨਵਰ, ਗਧੇ, ਖਚਰੇ, ਉਹ ਵੀ ਲੰਘਦੇ ਰਹੇ। ਉਹਨਾਂ ਦੇ ਪੈਰਾਂ ਦਾ ਮੈਂ ਠੇਡਾ ਬਣਿਆ। ਠੇਡਾ ਮੈਂ ਤੇਰੇ ਪੈਰ ਵਿੱਚ ਵੀ ਵੱਜਿਆ, ਮੈਂ ਤੇਰੇ ਵਿੱਚ ਹੀ ਵੱਜਿਆ ਨਾ, ਤੈਨੂੰ ਵੀ ਠੇਡਾ ਲੱਗਿਆ, ਠੋਕਰ ਲੱਗੀ ਆ। ਪਰ ਚੇਤਾ ਰੱਖੀ, ਤੂੰ ਮੇਰਾ ਕਦਰਦਾਨ ਆ, ਤੂੰ ਮੇਰਾ ਕਦਰਦਾਨ ਆ। ਜਿਹਨੇ ਮੇਰੀ ਕਦਰ ਕੀਤੀ, ਮੇਰੇ ਤੋਂ ਪਸ਼ੂ ਵੀ ਗੁਜ਼ਰੇ, ਆਪਣੇ ਵੱਡੇ ਭਰਾਵਾਂ 'ਚ ਵੀ ਵੱਜਿਆ, ਮੇਰੇ ਤੋਂ ਦੀ ਬੰਦੇ ਵੀ ਗੁਜ਼ਰੇ, ਬੜੇ ਲੋਕ ਗੁਜ਼ਰੇ, ਬੜੇ ਲਤੜ ਕੇ ਲੰਘੇ, ਪਰ ਕਿਸੇ ਨੇ ਮੇਰੀ ਕਦਰ ਨਹੀਂ ਕੀਤੀ। ਤੂੰ ਮੇਰੀ ਕਦਰ ਕੀਤੀ, ਤੂੰ ਮੈਨੂੰ ਚੱਕ ਲਿਆ ਨਾ। ਤੇ ਪਰ ਚੇਤਾ ਰੱਖੀ, ਜੇ ਤੂੰ ਮੇਰੀ ਕਦਰ ਕੀਤੀ ਆ ਨਾ, ਮੈਂ ਤੇਰੀ ਕਦਰ ਵੀ ਪਾਵਾਂਗਾ। ਪੱਥਰ ਬੋਲਦਾ, ਪਰ ਮੇਰੇ ਪਿੱਛੇ ਮਿਹਨਤ, ਮੈਂ ਆਪਣੇ ਪਰਿਵਾਰ ਨੂੰ ਛੱਡਿਆ, ਆਪਣੇ ਵੱਡੇ ਭਰਾਵਾਂ ਪੱਥਰਾਂ ਦੇ ਵਿੱਚ ਵੱਜਿਆ, ਝਰਨਿਆਂ 'ਚੋਂ ਰੁੜਿਆ, ਦਰਿਆ 'ਚ ਰੁੜਿਆ, ਛੱਲਾਂ ਨੇ ਚੱਕ ਬਾਹਰ ਸੁੱਟਿਆ ਮੈਨੂੰ, ਪਸ਼ੂਆਂ ਦੀ ਲਤੜ ਬਣਿਆ, ਬੰਦਿਆਂ ਦੀ ਲਤੜ ਬਣਿਆ, ਤੈਨੂੰ ਵੀ ਠੇਡਾ ਵੱਜਿਆ, ਠੋਕਰ ਵੱਜੀ, ਪਰ ਤੂੰ ਮੇਰਾ ਕਦਰਦਾਨ ਬਣ ਗਿਆ ਨਾ। ਤੂੰ ਮੇਰਾ ਕਦਰਦਾਨ ਆ ਤੇ ਮੈਂ ਤੇਰੀ ਵੀ ਕਦਰ ਕਰਾਂਗਾ। ਹੁਣ ਆਪਣੇ ਇਸ ਕਮਰੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਲਿਆ ਕੇ ਦੇਖ, ਪਿੰਡ ਦੇ ਵੱਡੇ ਤੋਂ ਵੱਡੇ ਅਮੀਰ ਵਿਅਕਤੀ ਨੂੰ ਲਿਆ ਕੇ ਵੇਖ। ਚੇਤਾ ਰੱਖੀ, ਅਜੇ ਗੱਲ ਤੇਰੇ ਵਿੱਚ ਤੇ ਮੇਰੇ ਵਿੱਚ ਆ, ਪਰ ਮੈਨੂੰ ਲੋਕ ਲਾ ਦੇ, ਮੈਨੂੰ ਕੋਈ ਚੋਰੀ ਵੀ ਕਰਕੇ ਲਿਜਾ ਸਕਦਾ, ਕਿਉਂਕਿ ਤੂੰ ਮੇਰਾ ਕਦਰਦਾਨ ਆ ਨਾ। ਤੂੰ ਮੇਰੀ ਕਦਰ ਕੀਤੀ, ਸੰਭਾਲਿਆ ਮੈਨੂੰ, ਮੈਂ ਤੈਨੂੰ ਸੰਭਾਲਾਂਗਾ। ਤੇ ਮੈਂ ਤੈਨੂੰ ਕਿਵੇਂ ਸੰਭਾਲਾਂਗਾ? ਮੈਂ ਪੂਰੀ ਦੁਨੀਆ ਦੇ ਵਿੱਚ ਨਾ ਤੇਰਾ ਨਾਂ ਚਮਕਾ ਦੂੰਗਾ। ਕੀ ਨਾਮ ਚਮਕਾਵਾਂਗਾ? ਲੋਕੀ ਕਹਿਣਗੇ ਇਹ ਹੀਰਿਆਂ ਦਾ ਵਪਾਰੀ ਆ। ਕੀ ਕਹਿਣਗੇ ਲੋਕ? ਇਹ ਹੀਰਿਆਂ ਦਾ ਵਪਾਰੀ ਆ। ਇੱਕ ਵਾਰੀ ਮੈਨੂੰ ਦੱਸ ਸਹੀ ਥੋੜਾ ਜਿਹਾ ਮੇਰੇ ਬਾਰੇ ਨਾ, ਪਿੰਡ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਾਈਆਂ ਨੂੰ ਦੱਸ ਸਹੀ। ਤੇ ਸੱਚ ਜਾਣਿਓ, ਸਾਡੀ ਦੁਨੀਆ ਦਾ ਇੱਕ ਪੱਖ ਆ, ਵਪਾਰੀ ਇੱਥੇ ਬਹੁਤ ਨੇ। ਕੋਈ ਕਾਸੇ ਦਾ ਵਪਾਰੀ ਆ, ਕੋਈ ਕਾਸੇ ਦਾ ਵਪਾਰੀ ਆ, ਪਰ ਸਭ ਤੋਂ ਟੌਪ ਦੇ ਵਪਾਰੀ ਉਹ ਨੇ ਜਿਨ੍ਹਾਂ ਨੂੰ ਆਪਾਂ ਹੀਰਿਆਂ ਦੇ ਵਪਾਰੀ ਕਹਿੰਦੇ ਆ। ਹੀਰਿਆਂ ਦੇ ਵਪਾਰੀ ਕਹਿੰਦੇ ਨਾ। ਅੱਛਾ, ਹੀਰਿਆਂ ਦੇ ਵਪਾਰੀ ਜਣਾ ਖਣਾ ਨਹੀਂ ਬਣਦਾਗਾ। ਤੇ ਜਿੱਥੋਂ ਪਤਾ ਹੋਵੇ ਨਾ ਵੀ ਆਹ ਧਰਤੀ ਤੋਂ ਚੰਗਾ ਪੱਥਰ ਮਿਲੂ, ਚੰਗਾ ਕੋਇਲਾ ਮਿਲੂ, ਕੋਇਲੇ ਵਿੱਚੋਂ ਹੀਰਾ ਮਿਲੂ, ਕੋਈ ਪੱਥਰ ਦਾ ਟੁਕੜਾ ਹੀਰਾ ਮਿਲੂਗਾ ਨਾ। ਕਈ ਵਾਰ ਲੱਭਦੇ ਆ ਉਹਨਾਂ ਦੀ ਸਾਰੀ ਮਿਹਨਤ ਅਜਾਈ ਵੀ ਚਲੀ ਜਾਂਦੀ ਆ, ਪਰ ਉਹ ਹੈ ਕਦਰਦਾਨ। ਉਹ ਕਦਰਦਾਨ ਆ ਨਾ, ਕਿਉਂਕਿ ਉਹਨਾਂ ਨੇ ਮੰਗਰ ਪੈ ਕੇ ਹੀਰੇ ਨੂੰ ਲੱਭਣਾਗਾ। ਹੀਰੇ ਦੀ ਕਦਰ ਕੀਤੀ ਉਹਨਾਂ ਨੇ, ਪੱਥਰ ਦੀ ਕਦਰ ਕੀਤੀ। ਉਹ ਹੀਰਾ ਬੋਲ ਪਿਆ, ਜੇ ਤੂੰ ਮੇਰੀ ਕਦਰ ਕੀਤੀ ਆ ਨਾ, ਤੇ ਚੇਤਾ ਰੱਖੀ, ਤੂੰ ਮੈਨੂੰ ਹੀਰਾ ਕਿਹਾ, ਲੋਕਾਂ ਨੇ ਮੈਨੂੰ ਪੱਥਰ ਕਿਹਾ, ਫਰਕ ਪੈ ਗਿਆ। ਤੂੰ ਮੇਰੀ ਪਰਖ ਕੀਤੀ, ਲੋਕਾਂ ਨੇ ਮੇਰੀ ਪਰਖ ਨਹੀਂ ਕੀਤੀਗੀ, ਪਰ ਮੈਂ ਤੇਰਾ ਨਾਮ ਚਮਕਾ ਦੇਵਾਂਗਾ। ਤੈਨੂੰ ਵੀ ਲੋਕ ਹੀਰਿਆਂ ਦਾ ਧਨੀ ਕਹਿਣਗੇ, ਆਮ ਨਹੀਂ ਕਹਿਣਗੇ। ਜਿਹਦੇ ਕੋਲ ਚਾਰ ਮਾਇਆ ਦੇ ਛਿਲੜ ਵੱਧ ਹੁੰਦੇ ਨੇ, ਆਪਾਂ ਕਹਿੰਦੇ ਬਹੁਤ ਅਮੀਰ ਬੰਦਾ ਜਾਂ ਸੋਭਾ ਉਹਦੀ। ਬਾਣੀ 'ਚ ਵੀ ਲਿਖਿਆ ਨਾ, ਕੌਣ ਵੱਡਾ? ਮਾਇਆ ਵਡਿਆਈ। ਕੌਣ ਵੱਡਾਗਾ? ਸਰੀਰ ਨਹੀਂ ਵੱਡਾ। ਜੇ ਬੰਦੇ ਕੋਲ ਚਾਰ ਪੈਸੇ ਤਾਂ ਵੱਡਾ, ਉਹ ਥੋੜੀ ਵੱਡਾਗਾ। ਪਰ ਅਸਲ ਦੇ ਵਿੱਚ ਸੋ ਵੱਡਾ ਜਿਨ ਰਾਮ ਲਿ ਬੁਲਾਈ, ਜਿਹਨੇ ਪਰਮੇਸ਼ਰ ਨਾਲ ਆਪਣਾ ਧਿਆਨ ਜੋੜਿਆ, ਅਸਲ ਦੇ ਵਿੱਚ ਉਹ ਵੱਡਾਗਾ। ਇੱਥੇ ਗੁਰੂ ਸਾਹਿਬ ਜੀ ਵੀ ਸਾਨੂੰ ਦੱਸਦੇ ਨੇ, ਤੇ ਉਹ ਵੀਰ ਨੇ ਵੀ ਦੱਸਿਆ ਵੀ, ਕਹਿੰਦਾ ਭਾਈ ਫਿਰ ਮੇਰੀ ਪੱਥਰ ਤੋਂ ਕਹਾਣੀ ਸ਼ੁਰੂ ਹੋ ਕੇ ਹੀਰੇ ਤੱਕ ਪਹੁੰਚਦੀ ਆ। ਤੇ ਅੱਜ ਮੈਂ ਕੋਈ ਆਮ ਨਹੀਂ, ਇਹ ਇੱਕ ਵਰਨਾਰਡ ਸਾਧ ਆ, ਜਿਹੜਾ ਆਉਣ ਵਾਲੇ ਵਕਤ ਵਿੱਚ ਹੀਰਿਆਂ ਦਾ ਵਪਾਰੀ ਬਣ ਕੇ ਉੱਭਰਿਆ ਸੀ। ਲੋਕਾਂ ਦੇ ਵਿੱਚ ਮੰਨਿਆ ਤੰਨਿਆ ਬੰਦਾ ਸੀ, ਜਿਹਨੂੰ ਇੱਕ ਪੱਥਰ ਮਿਲਿਆ, ਪੱਥਰ ਨੂੰ ਭਾਵ ਸੰਭਾਲਿਆ, ਕਦਰ ਕੀਤੀ, ਉਹ ਪੱਥਰ ਹੀਰਾ ਬਣ ਕੇ ਉੱਭਰਿਆ। ਹੀਰਾ ਸੀ, ਪਰ ਉਹਨੇ ਪੱਥਰ ਮੰਨ ਕੇ ਚੱਕ ਕੇ ਲਿਆਂਦਾ, ਮਨ ਨੂੰ ਭਾ ਗਿਆ ਸੀਗਾ। ਕਦਰ ਕੀਤੀ, ਪਰ ਉਹ ਕਦਰਦਾਨ ਦੀ ਕਦਰ ਹੀਰੇ ਨੇ ਵੀ ਬਹੁਤ ਕੀਤੀ ਆ। ਫਿਰ ਇੱਥੋਂ ਸਾਨੂੰ ਕੀ ਸਿੱਖਿਆ ਮਿਲਦੀ ਆ? ਨਾ ਪੱਥਰ ਬੋਲੇ, ਨਾ ਹੀਰਾ ਬੋਲੇ, ਨਾ ਬੰਦਾ ਪੱਥਰ ਨੂੰ ਕੁਝ ਸੁਣਾ ਸਕੇ, ਨਾ ਪੱਥਰ ਕੁਝ ਸੁਣ ਸਕੇ। ਪਰ ਇਹ ਨਿੱਕੀ ਜੀ ਕਹਾਣੀ ਵਿੱਚੋਂ, ਗੱਲਬਾਤ ਚੋਂ ਸਾਨੂੰ ਕੀ ਮਿਲਿਆ? ਸਾਨੂੰ ਇਹੀ ਕੁਝ ਮਿਲਿਆ, ਅਸੀਂ ਵੀ ਹੀਰਿਆਂ ਦਾ ਵਪਾਰੀ ਬਣਨਾ, ਅਸੀਂ ਵੀ ਆਪਣਾ ਨਾਮ ਚਮਕਾਉਣਾ। ਕਿਵੇਂ ਨਾਮ ਚਮਕਾਉਣਾਗਾ? ਸਾਡੇ ਪਰਿਵਾਰ ਦੇ ਵਿੱਚ ਬੜੇ ਬਜ਼ੁਰਗ ਨੇ, ਸਾਡੇ ਦਾਦੇ ਦਾ ਦਾਦਾ, ਸਾਡੇ ਪੜਦਾਦੇ ਦਾ ਪੜਦਾਦਾ, ਅਸੀਂ ਨਹੀਂ ਨਾ ਜਾਣਦੇ ਉਹਦਾ ਕੌਣ ਸੀ ਕੌਣ ਨਹੀਂ ਸੀ। ਦੱਸ ਦਿਓ ਜੇ ਕੋਈ ਜਾਣਦਾ ਹੈ ਨਾ। ਜੇ ਜਾਣ ਵੀ ਜਾਵਾਂਗੇ ਤਾਂ ਵੀ ਉਹਨੂੰ ਧਿਆਨ 'ਚ ਨਹੀਂ ਲਿਆਵਾਂਗੇ ਕਦੇ। ਕਿਉਂ? ਬਸ ਗਈ ਗੁਜ਼ਰੀ ਗੱਲ ਆ।
पर जे आप बहुत पिछे जाइए, गुरु नानक साहब साडा की लग्या, सोच के वेखना पਊ ना। गुरु गोबिंद सिंह साडा की लग्या, पर सोचना पਊगा, है ना। उन्होंने अपने परिवार तोड़े। ਆਪਾਂ ਕੱਲ ਗੁਰੂ ਨਾਨਕ ਦਾ ਪਰਿਵਾਰ ਸੁਣਿਆ ਸੀ ਨਾ, ਵੀ ਬਿਨ ਆਪਣਾ ਮਾਤਾ ਤ੍ਰਿਪਤਾ ਕਹਿੰਦੀ ਹੈ, ਦੇਖ ਤੇਰਾ ਕਿੱਡਾ ਵੱਡਾ ਪਰਿਵਾਰ ਆ, ਤੂੰ ਛੱਡ ਕੇ ਕਿੱਧਰ ਜਾਣਾਗਾ। ਫਿਰ ਗੁਰੂ ਨਾਨਕ ਸਿੰਘ ਨੂੰ ਦੱਸਿਆ ਮੇਰਾ ਆਹ ਪਰਿਵਾਰ ਹੈਗਾ। ਉਹਨਾਂ ਨੇ ਆਪਣੇ ਪਰਿਵਾਰ ਨੂੰ ਟੁੱਟੇ। ਹੀਰਾ ਵੀ ਆਪਣੇ ਪੱਥਰ ਨੂੰ ਟੁੱਟਿਆ ਨਾ, ਠੋਕਰਾਂ ਵੱਜੀਆਂ। ਫਿਰ ਦਸ਼ਮੇਸ਼ ਪਿਤਾ ਦੇ ਜੀਵਨ 'ਚ ਕਿੰਨੀਆਂ ਕੁ ਠੋਕਰਾਂ ਨੇ, ਫਿਰ ਬੰਦਾ ਸਿੰਘ ਬਹਾਦਰ ਦੇ ਜੀਵਨ 'ਚ ਕਿੰਨੀਆਂ ਕੁ ਠੋਕਰਾਂ ਨੇ। जिन्ने भी साडे भाव उच्च कोटि दे महान योधे ने, उन्होंने अपने परिवार नूं नाता तोड़िया, ठोकरां खाधियां, ठोकरां खा के फिर वो हीरे वांगना एक विशेष थां ले गए। सानू साडे दादे दे दादे पड़दादे दे पड़दादे दे नाम नहीं याद जी, याद आ भी जाणगे तां भी उन्हां दी कोई कदर नहीं, पर उन्हां दी कदर आ जिन्हां दा साडे नाल नाता खूनी रिश्ता भी कोई नहीं है, पर ज्ञानी नादी पुत्तो अपने वाहिगुरू नादी रिश्ता साडा उन्हां नाल जुड़ गया। पर वो साडी कौम दे, साडे इतिहास दे, गुरबाणी अनुसार, गुरु मत अनुसार साडे जीवन दे विच ओह एक हीरे दी तरह उभरे हुए ने। बस इवें जिवें उन्हां तो असीं सिੱਖਿਆ ਲੈ के असीं भी हीरे दी नहीं बननागा। ਆਪਾਂ ਜਿਹੜੀ ਪੰਕਤੀ पढ़ रहे सी ना, वो पढ़ रहे सी गुण गाए गोबिंद आनंद उपजे। भी गुण गाउंदियां गाउंदियां फिर साडे जीवन विच आनंद भाव गुरु पैदा हो जाएगा, गुण पैदा हो जाणगे। गुणां ने साडे जीवन नूं हीरा बनाउणागा। जिवें सालसरा जौहरी बाहरी तौर ते हीरिਆਂ ਦਾ ਵਪਾਰੀ ਆ, पर गुरु नानक साहब ने मनुखता दे नाल प्यार करन दी जांच सिखा के ਉਹਨੂੰ एक मनुखा जीवन हीरे दी कदर करन दा ढंग सिखा दिता। हीरे जैसा जन्म है कौडी बदले जाए, पर उन्होंने दस दिता भी असली हीरा किहड़ा है। असली हीरा गुरु, असली हीरा गुरु दी संगत, असली हीरा मनुखता। मनुखता दी तू कदर नहीं करदा, पर पत्थरां दी कदर करन वालिया, पत्थरां ने नहीं तेरा मनुखता ने मुल पाउणा, मनुखता ने तेरा नाम चमकाउणा। पर वो सालसरा जौहरी नानक दे आखे ना लगदा, कदे सोच के वेखियो उहदा इतिहास विच ना नहीं सी पैना। पर जे वो नानक दे आखे लग्या ना, मनुखता नाल प्यार कीता, अपने नौकर नूं नौकर नहीं समझिया, अपने नौकर नूं अपना मित्र अपना भरा समझिया, ते ताइयों नानक दे कहे विच चल के वो सालसराय जौहरी नानक दा सिख बन के उभरिया। उन्हां टाइमां दे वपारी हीरिਆਂ ਦੇ होर भी बड़े ने, पर चेता रखियो वो सालसराय जौहरी जिहड़ा हीरिਆਂ ਦਾ पारखू आ ना, वो पटने दी शहर दा कल्ला आप नहीं धनी बनिया, उहने अपना घर भी, भाव जिस घर विच वो हीरिਆਂ ਦੀ परख करदा है दुकान ते, वो दुकान भी ओदी एक दुनिया दे विच नमस्कार करन वाली थां बन गई। लोग अज पटने जांदे ने, सालसराय दे घर नूं भी, ओदियां कंधां नूं भी, ओदियां इट्टां नूं भी मत्था टेक के आउंदे। क्यों? क्योंकि उहने मनुखता दी कदर करन दा ढंग नानक तो सिख लिया। इत्थे फैसला मनुखता ने देना भी कौन चंगा ते कौन माड़ा। फिर गुरु साहब ने बाणी विच लिखता गुण गाए गोबिंद आनंद उपजे, साध संगत संग, संग तो भाव मलाप, संग बनी। अगे पाशाह जिक्र करते हैं जिन उद्यम किया, फिर जिन्हां ने आ उपराला किया ना, जिन उद्यम किया, फिर अगे लिखिया ताल केरा, ताल सरोवर केरा। उन्होंने अपनी जिंदगी च बहुत बड़ा ताल सरोवर बना लिया। तिस की उपमा क्या गणी, उन्हां दी फिर उपमा कहण तो परे हो जाती है। उन्हां दी उपमा जिन्नी भी करांगे उन्नी थोड़ी। आपां कहने ना दशमेश पिता दी जिन्नी उपमा करिए उन्नी थोड़ी आ। लाला दौलत राय ने लिखिया ना, दुनिया दे सारे दरख्तां दियां कलमां बना लवो, ते जिन्ने समुंदर आ ना वाहिगुरू भला करे, बड़े बड़े दरिया ने, सब दी स्याही बना लवो। दौलत राय जी लिखते ने, एक हिंदू भरा लिखदा ते गुरु गोबिंद सिंह दी उपमा लिखी नहीं जा सकती, ते सच्चाई आ। एवें नहीं कहा, सच आ बिल्कुल। कली कली मतलब कि आपां रोम वाल तकीए ना, एक एक रोम दे विच किन्ने किन्ने गुण ने, वो आपां नज़र मार के वेखो, सच है। फिर पातशाह जी इत्थे जिक्र करते ने 68 तीर्थ पुन किरिया। फिर वो 68 तीर्थां ते नहीं जांदे गे भौंदे, 68 तीर्थ पुन किरिया, पुन करना, कोई चंगी किरिया करनी, 68 तीर्थां दा इशनान करना, ये लोग मानते हैं भी चंगी किरिया, आपां भी मान लैंदे कदे कदे। फिर अगे की लिखियागा महा निर्मल चारा, निर्मल तो भाव अति पवित्र, चारा तो भाव अति सुंदर। फिर वो मनुख दा अपना अंदर दा हिरदा ही अति
निर्मल समुंदर बन जाता सरोवर, ते ओहदा जीवन अति सोहना बन जाता है, चारे तो भाव सोहना, ਉਹਨੂੰ ਫਿਰ किते भी जाण दी लोड़ नहीं पैंदी। फिर अगे पातशाह जी कहंदे ने पतत पावन बिरध स्वामी नानक शब्द आधारा। पतत पावन विरध स्वामी, पतत तो भाव मैं गंदा, पावन तो भाव पवित्र, मैनू पवित्र करने वाला कौन है। फिर अगे लिखिया विरध स्वामी, स्वामी मीनज मालक, मेरा मालक ही मैनू पवित्र कर सकता है। नानक कह रहा की कहंदा शब्द आधारा, साडी जिंदगी दा उधार करने वाला एक गुरु दा शब्द है। जिथों आरंभता हुई सी उत्थे जाके गुरु साहब ने समाप्ति की आ। आरंभता किस गल ते सी? पातशाह जी कहंदे जिसका कारज तिन ही किया, मानस क्या विचारा राम। यही लिखिया सी ना भी ओ परमात्मा दे हथ च साडी जिंदगी आ। मन लवो किहदे बंदे दे जिंदगी अपने हथ च, अपने हथ च साडी जिंदगी नहीं है। साडे अपने हथ विच साडे शरीर दी क्रिया नहीं है, होर तां छड्डो। शरीर की क्रिया की आ? पहला माता दा गर्भ मिलिया, कोई सदा वास्ते उत्थे टिकिया नहीं टिकिया। अपनी मर्जी नाल उस गर्भ विच कोई आया नहीं आया, जो गुरु ने कहा गा। बचपन आया कि बचपन साडी मर्जी नाल आया? नहीं, रब दी मर्जी नाल आया। बचपन तो बाद जवानी आई, जवानी साडी मर्जी नाल आई आ? नहीं, जवानी च बंदा कहंदा बचपन बड़ा वधिया सी, दोबारा नहीं मुड़ के आउणा। साडे संसार दीआं कलमां ने भी लिखिया बचपन बीत गया, जवानी बीत गई, बुढ़ेपा आ वड़िया, जवानी ते बचपन दोबारा नहीं आउंदे। कहावत आ ना, पुल थल्ले लंघिया पानी वापस नहीं परतदा गा। हुण ये सारी क्रिया वो रब दे हथ च, जिहदे हथ विच आ क्रिया फिर गुरु साहब कहंदे उहनूं चेते करिया कर भाई। फिर पतत तो पावन करन वाला वो परमात्मा है, ते ओहदा आधार गुर शब्द है। ते गुरु शब्द नूं असीं अपनी जिंदगी दा आसरा मन लईए, फिर साडी जिंदगी सुरखरू हो जाएगी। कदे भी जिंदगी च घाटा नहीं आवेगा। ठोकरां खाण दे विच इउं मान लो आउण वाले वक्त दे विच सानू कुछ ना कुछ जरूर प्राप्त होगा, मेहनत का मुल जरूर पवेगा, पर मेहनत करके कोई राजी नहीं है। वो ठोकर किहड़ी खानी आ? वो कोई आपां परिवार नालों टुटना, कोई रिश्तेदारां नालों टुटना, किसी पासों नहीं टुटना गा। वो ठोकर किहड़ी आ? बस थोड़ी तकलीफ की आ, वो ठेडा किहड़ा गा? सानू थोड़ा जा बस गुरु नूं पुछना पवेगा, गुर शब्द नाल जुड़ना पवेगा। गुर शब्द नाल जुड़ना, सिमर नाल जुड़ना, ये सानू औखा लगदा। जरूर आपां इस क्रिया नूं मन्नीए तां साडी जिंदगी सफल होवेगी। गरंटी आ भी सफल ना होवे। आरंभता इस गल ते हुई सी, फिर ये सफल जिंदगी की निशानी संगत ने फैसला करना। गुरु नानक साहब ने कैसे ना मेरे विचोला संगत है, ते विचोले दा काम की हुंदा? आपस विच मिलाप, सोहना मिलाप कराउणा। भगती नाल मिलाप किहने कराया? संगत ने कराया। क्यों कराया? वो आपां कल सुन लिया सी ना। बंजोग मेरे विचों वकार निकल गए, सोहणे सोहणे गुण मेरे विच आ गए। फिर वो गुण गए ही नहीं। क्यों? क्योंकि मैनूं झेफ आ गई, मैनूं संग लगन लग गई भी जे हुण औगण आ गए तां सतसंगी लोक, संसारी लोक मैनूं की कहणगे। उम्र वडेरी हो गई ना, जवानी बीत गई। हुण जवानी लंघण तो बाद बुढ़ेपा आउणा शुरू हो गया। ते कई बार बंदा पता की कहंदा, मैं अजे बुढ़ा थोड़ी होयागा। अच्छा, बुढ़ा नहीं होया पर जवाना वाले काम भी नहीं कर सकेगा। जे तू मनदा ना मैं जवान आजे, पर गारंटी आ पुठे काम अजे तू हुण कर नहीं सकेगा। जे करेगा फिर तेरे शरीर नूं धब्बा लगूगा। फिर गुरु नानक साहब कहते सत संगे ने इन्ना प्यार बख्शिया, मेरा माड़ा काम करन नूं चित ही नहीं कीता। क्यों? जदों भी माड़ा काम करन नूं चित करदा सी ना, ध्यान च आउंदे सी ये की कहणगे बेचारे सारे संसारी लोक की कहणगे। अच्छा, जेड़ा बंदा संसारी लोकां दी आवाज़ सुणनों हट जे, फिर आपां नूं पता की हुंदा गा। जिहदी लहगी लोई उहनूं संग शर्म ना, वो अपनियां कहावतां बणीਆਂ ने। बस मतलब कहण तो भाव रब किते दूर नहीं, इत्थों ही गुरु साहब जी कहंदे सानूं मिल जाणागा। फिर सतगुरु पातशाह ने यही गल कही है, भाई सारा कार जो वाहिगुरू दे हत्थ विच आ, वो वाहिगुरू नूं आपां चेते रखीए, उहदे नालों कदे भी ना टुੱਟੀਏ, उहदी जरूर निगाह विच रहीए ते वो परमात्मा नूं अपनी निगाह विच रखीए, तां साडी जिंदगी सफल है। इन्नियां को बेनतियां प्रवान करनियां, होईयां भुल्लां दी खिमा। सारी संगत दा धन्नवाद। वाहिगुरू जी का खालसा, वाहिगुरू जी की फतेह। राम कली महला तीजा, आनंद एको ओंकार, सतगुर प्रसाद आनंद भया मेरी माए, सतगुरु मैं पाया, सतगुरता
ਜੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ